बादशाह बादशाह ने चल चार शत। पौड़ी वड्डो वड्डा पार तेरा मर्तबा रंग बिरंग निकल मर्तबा जी आंदर जीव सब जानदा सब के तेरा बस तेरा कल्पना तेरा कर आनंद वधाई तुद घर मान माता तेज अपना आप सर्व कला भरपूर दी सहजत कथा नानक दासन दास तुद आगे विनवता पौड़ी वड्डी वड्डा पार तेरा मर्तबा रंग परंग नेक ना जपन करतबा जी अंदर जियो सब किश जान ला सब तेरे वस तेरा कर पला तेरे कर आनंद बधाई तुद कर मान मता तेज अपना आप जर सर्व कला भरपूर सर्ब कला भरपूर जिसै जत कथा नानक दासन दा तुदे आज्ञा बिनवता सलो। पावन गुरु पानी पिता माता तरत महत दिवस रात दुदाई दाया खेलै सगल जगत चंगियाइयां बुराइयां वाचा धर्म दूर कर्मी आपो अपने के नेड़े के दूर जिने नाम ते आया गए मशक्कत काल नानक ते मुख उजले केती छुट्टी नाल जिने नाम ते आया गए मशक्कत काल नानक ते मुख उजले केती छुट्टी नाल। वाहिगुरु जी का खालसा वाहिगुरु जी की फतेह। ਵਾਹਿਗੁਰੂ
ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਖੀ ਸੁਨੋ ਕਸੂਰ ਕੀ ਜਿਮ ਪ੍ਰਥਮ ਸਿੰਘਨ ਲਈ ਮਾਰ ਆਕੀ ਹੋ ਲਾਹੌਰ ਤੇ ਆਈ ਪਠਾਨਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो पिछले पैरों दे सजे हुए दीवाना च हाजरियां भर के दिन दुनिया दे मालक सतगुरु श्री गुरु ग्रंथ साहिब जी महाराज जी दे दर्शन परस के अपने जीवन नूं सफला बना रहे हो। अमृतमयी तुरकी बाणी अकाली बाणी दे शब्द कीर्तन रागी ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਖਾਲਸੇ ਨੇ ਮਰੰਡੇ ਤੇ ਹੱਲਾ ਬੋਲ ਕੇ ਮਰੰਡੇ ਦੇ ਰੰਗੜਾਂ ਨੂੰ ਸੋਧਾ ਲਾਇਆ ਹੈ। ਕਲਗੀਧਰ ਪਾਤਸ਼ਾਹ ਦੇ ਕਈ ਵਾਕ ਸੱਤ ਹੋਏ ਨੇ। ਜਾਨੀ ਖਾਂ ਤੇ ਮਾਨੀ ਖਾਂ ਦਾ ਅੰਸ਼ ਬੰਸ ਮੁਕਾ ਕੇ ਖਾਲਸੇ ਨੇ ਮਲੇਛਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਹਨ। ਸਰਹੰਦ ਦੇ ਚਾਰੇ ਪਾਸੇ ਖਾਲਸਾ ਵਿਚਰਦਾ ਹੈ। ਸਰਹੰਦ ਦੇ ਅੰਦਰ ਬੈਠਾ ਜੈਨ ਖਾਂ ਖਾਲਸੇ ਤੋਂ ਡਰਦਾ ਰਹਿੰਦਾ ਹੈ, ਭੈ ਭੀਤ ਹੁੰਦਾ ਹੈ। ਅਬਦਾਲੀ ਨੂੰ ਚਿੱਠੀਆਂ ਲਿਖ ਕੇ ਭੇਜਦਾ ਹੈ।
ਅਹਿਮਦ ਸ਼ਾਹ ਅਬਦਾਲੀ ਨੇ ਬਾਬੇ ਆਲਾ ਸਿੰਘ ਪਟਿਆਲੇ ਵਾਲੇ ਨੂੰ ਵਿੱਚ ਵਕੀਲ ਬਣਾ ਕੇ ਖਾਲਸੇ ਕੋਲ ਭੇਜਿਆ ਹੈ ਕਿ ਪੰਥ ਨੂੰ ਕਹੋ ਕਿ ਮੈਂ ਉਹਨਾਂ ਨੂੰ ਰਾਜ ਲਿਖ ਕੇ ਦੇ ਦਿੰਨਾ, ਉਹ ਮਾਰ ਬਕਾਰਾ ਕਰਨਾ ਛੱਡ ਦੇਣ। ਆਲਾ ਸਿੰਘ ਨੇ ਆਪਣਾ ਵਕੀਲ ਨਾਨੂ ਸਿੰਘ ਖਾਲਸੇ ਕੋਲ ਭੇਜਿਆ ਹੈ। ਪੰਥ ਨੇ ਜਵਾਬ ਦਿੱਤਾ ਕਿ ਕਹਿ ਦਿਓ ਜਾ ਕੇ ਆਲਾ ਸਿੰਘ ਨੂੰ ਕਿ ਅਬਦਾਲੀ ਨੂੰ ਕਹਿ ਦੇਵੇ ਕਿ ਬਰੂਦ ਤੇ ਅਬਦਾਲੀ ਦਾ, ਜਿਵੇਂ ਬਰੂਦ ਤੇ ਅੱਗ ਦਾ ਮੇਲ ਨਹੀਂ ਹੋ ਸਕਦਾ, ਇਦਾਂ ਖਾਲਸੇ ਦਾ ਤੇ ਅਬਦਾਲੀ ਦਾ ਮੇਲ ਨਹੀਂ ਹੋ ਸਕਦਾ। ਨਾਲੇ ਉਹ ਕੌਣ ਹੁੰਦਾ ਸਾਨੂੰ ਰਾਜ ਲਿਖ ਕੇ ਦੇਣ ਵਾਲਾ? ਸਾਨੂੰ ਤਾਂ ਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਲਿਖ ਕੇ ਦੇ ਦਿੱਤਾ ਹੈ ਔਰ ਅਸੀਂ ਬਦਲੇ 'ਚ ਆਪਣੇ ਸੀਸ ਕਲਗੀਧਰ ਦੇ ਚਰਨਾਂ 'ਚ ਭੇਟ ਕੀਤੇ ਹਨ। ਅਬਦਾਲੀ ਨਾਮੋਸ਼ ਹੋਇਆ ਕਿ ਪੰਥ ਨੇ, ਖਾਲਸੇ ਨੇ ਮੇਰੀ ਕਈ ਬਾਤ ਮੋੜ ਦਿੱਤੀ ਹੈ। ਇੱਕ ਲక్ష్ਮੀ ਨਾਰਾਇਣ ਨਾਮ ਦਾ ਖੱਤਰੀ ਸੀ ਜੋ ਜੈਨੇ ਦਾ ਦੀਵਾਨ ਸੀ। ਖਾਲਸੇ ਨੇ ਇਹਦੇ ਤੇ ਹੱਲਾ ਬੋਲਿਆ ਕਿਉਂਕਿ ਵੱਡੇ ਘੱਲੂਘਾਰੇ ਵਿੱਚ ਲక్ష్ਮੀ ਨਾਰਾਇਣ ਨੇ ਵੀ ਹਮਲਾ ਬੋਲਿਆ ਸੀ ਸਿੰਘਾਂ ਨੂੰ ਸ਼ਹੀਦ ਕਰਨ ਵਿੱਚ। ਇਹਨੇ ਵੀ ਮਲੇਰਕੋਟਲੀਏ ਤੇ ਸਰਹੰਦ ਦੇ ਨਵਾਬ ਜੈਨ ਖਾਂ ਦੀ ਮਦਦ ਕੀਤੀ ਸੀ। ਤੋ ਖਾਲਸੇ ਨੇ ਇਹਦੇ ਤੇ ਵੀ ਆਪਣਾ ਹੱਥ ਖੋਲਿਆ ਹੈ। ਇਹਦੇ ਕੋਲ ਜਿਹੜੀ ਮਾਇਆ ਸੀ ਉਗਰਾਈ ਹੋਈ, ਖਾਲਸੇ ਨੇ ਸ਼ੇਰ ਪੰਜਾ ਮਾਰ ਕੇ ਆਪਣੇ ਕਬਜ਼ੇ ਕਰ ਲਈ ਹੈ। ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਖਾਲਸਾ ਸੁਭਾਏਮਾਨ ਹੈ। ਪੰਥ ਦੀ ਸ਼ਰਨ ਦੇ ਵਿੱਚ ਇੱਕ ਬ੍ਰਾਹਮਣ ਨੇ ਆ ਕੇ ਪੁਕਾਰ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੇ ਪੰਥ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਸੁਨੋ ਕਸੂਰ ਕੀ, ਜਿਮ ਪ੍ਰਥਮ ਸਿੰਘਨ ਲਈ ਮਾਰ। ਕਹਿੰਦੇ ਖਾਲਸਾ ਜੀ ਹੁਣ ਤੁਸੀਂ ਕਸੂਰ ਦੀ ਸਾਖੀ ਸੁਣੋ ਕਿ ਜਿਵੇਂ ਕਸੂਰ ਉੱਤੇ ਖਾਲਸੇ ਨੇ ਫਤਿਹ ਪ੍ਰਾਪਤ ਕੀਤੀ। ਬੜਾ ਵੱਡਾ ਨਗਰ ਸੀ ਕਸੂਰ, ਕੁਸ਼ ਦਾ ਵਸਾਇਆ ਹੋਇਆ ਕਸੂਰ ਕਿਹਾ ਜਾਂਦਾ। ਲਵ ਦੇ ਵਸਾਏ ਹੋਏ ਲਾਹੌਰ ਨੇ, ਲਵ ਤੇ ਕੁਸ਼। ਲਵ ਨੇ ਜਿਹੜਾ ਨਗਰ ਵਸਾਇਆ ਉਹਨੂੰ ਲਾਹੌਰ ਕਹਿੰਦੇ ਆ, ਕੁਸ਼ ਨੇ ਦੂਜੇ ਭਰਾ ਨੇ ਜਿਹੜਾ ਨਗਰ ਵਸਾਇਆ ਉਹਨੂੰ ਕਸੂਰ ਕਹਿੰਦੇ ਆ। ਬੜਾ ਵੱਡਾ ਪ੍ਰਸਿੱਧ ਨਗਰ ਸੀ। ਖਾਲਸੇ ਨੇ ਜਿਵੇਂ ਕਸੂਰ ਮਾਰਿਆ ਹੈ, ਕਸੂਰ ਤੇ ਫਤਿਹ ਪ੍ਰਾਪਤ ਕੀਤੀ ਹੈ। ਹੁਣ ਮੈਂ ਉਹ ਸਾਖੀ ਤੁਹਾਨੂੰ ਸਰਵਣ ਕਰਾਉਂਦਾ ਹਾਂ। ਆਕੀ ਹੋਤ ਲਾਹੌਰ ਤੇ ਆਈ ਪਠਾਨਣ ਹਾਰ। ਜਿਹੜਾ ਇਹ ਕਸੂਰ ਹੈ ਇਹ ਲਾਹੌਰ ਤੋਂ ਆਕੀ ਹੋ ਗਿਆ। ਪਹਿਲਾਂ ਤਾਂ ਲਾਹੌਰ ਦੇ ਅਧੀਨ ਸੀ, ਮੁੜ ਕੇ ਲਾਹੌਰ ਨੂੰ ਟਕੇ ਤਾਰਨੇ ਇਹਨਾਂ ਨੇ ਬੰਦ ਕਰ ਦਿੱਤੇ ਤੇ ਪਠਾਣਾ ਦੀ ਜਿਵੇਂ ਹਾਰ ਆਈ ਉਹ ਸੁਣੋ। ਚੌਪਈ ਸਹੀ 1817 ਸਾਲ। 1817 ਸੰਮਤ ਬਿਕਰਮੀ ਦਾ ਸਾਲ ਹੈ, ਯਾਨੀ ਕਿ 1760 ਈਸਵੀ ਹੈ। ਡੇਰੇ ਕਰੇ ਗਿਰਦ ਅੰਮ੍ਰਿਤ ਤਾਲ। ਸਮੁੱਚੇ ਖਾਲਸੇ ਪੰਥ ਨੇ, ਤਰਨੇ ਦਲ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਪੜਾਅ ਕੀਤਾ ਹੋਇਆ। ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਸਿੰਘ ਘੋੜੇ ਬੱਧੇ ਹੋਏ ਨੇ ਦੂਰ ਦੂਰ ਤਾਈਂ ਔਰ ਆਪਣਾ ਪੜਾਅ ਕੀਤਾ ਹੋਇਆ ਹੈ। ਵਿਸਾਖੀ ਨਹਾਏ ਸਿੰਘ ਪਏ ਤਿਆਰ। ਵਿਸਾਖੀ ਦਾ ਇਸ਼ਨਾਨ, ਵਿਸਾਖ ਦੀ ਸੰਕਰਾਂਤ ਦੇ ਇਸ਼ਨਾਨ ਦਾ ਮਹੱਤਵ ਹੈ ਸ੍ਰੀ ਅੰਮ੍ਰਿਤਸਰ ਸਰੋਵਰ ਦਾ। ਮਹਾਂਪੁਰਸ਼ ਦੱਸਦੇ ਹੈ ਕਿ ਜਿਸ ਦਿਨ ਬੀਬੀ ਰਜਨੀ ਦਾ ਪਿੰਗਲਾ ਪਤੀ ਇਸ਼ਨਾਨ ਕਰਕੇ ਅਰੋਗ ਹੋਇਆ ਸੀ, ਉਸ ਦਿਨ ਵਿਸਾਖੀ ਦੀ ਸੰਕਰਾਂਤ ਦਾ ਦਿਨ ਸੀ, ਦੁੱਖ ਭੰਜਨੀ ਬੇਰੀ ਥੱਲੇ। ਇਸ ਕਰਕੇ ਵਿਸਾਖੀ ਦੀ ਸੰਕਰਾਂਤ ਦੇ ਇਸ਼ਨਾਨ ਦਾ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਬੜਾ ਵੱਡਾ ਮਹਾਤਮ ਤੇ ਪੁੰਨ ਹੈ। ਖਾਲਸੇ ਨੇ ਵਿਸਾਖੀ ਦੀ ਸੰਕਰਾਂਤ ਦਾ ਇਸ਼ਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਹੈ। ਅੱਧਾ ਦਲ ਭਇਓ ਵਿਆਹੋ ਪਾਰ। ਵਿਸਾਖੀ ਦਾ ਜੋੜ ਮੇਲਾ ਮਨਾ ਕੇ ਜਿਹੜਾ ਬੁੱਢਾ ਦਲ ਸੀ ਉਹ ਬਿਆਸ ਦਰਿਆ ਪਾਰ ਕਰਕੇ ਇਧਰਲੇ ਪਾਸੇ, ਯਾਨੀ ਕਿ ਇਧਰ ਦੁਆਬੇ ਦੇ ਇਲਾਕੇ 'ਚ, ਇਧਰ ਮਾਲਵੇ ਦੇ ਇਲਾਕੇ ਨੂੰ ਨਿਕਲ ਆਇਆ। ਪੰਜ ਮਿਸਲ ਛੀ ਊਹਾਂ ਰਹੀ। ਕੇਵਲ ਤਰਨੇ ਦਲ ਦੀਆਂ ਜਿਹੜੀਆਂ 5 ਮਿਸਲਾਂ ਸਨ
ਉਹ ਪੰਜ ਮਿਸਲਾਂ ਉੱਥੇ ਰਹਿ ਗਈਆਂ। ਰਾਮ ਗੜੀਏ ਕਨਈਏ ਸ਼ੁਕਰ ਚੱਕੀਏ ਨਕਈ। ਕਿਹੜੀਆਂ ਪੰਜ ਮਿਸਲਾਂ ਰਹਿ ਗਈਆਂ? ਰਾਮਗੜੀਆਂ ਦੀ, ਕਨਈਆਂ ਦੀ, ਸ਼ੁਕਰ ਚੱਕੀਆਂ ਦੀ, ਨਕਈਆਂ ਦੀ। ਚਾਰੇ ਹੋ ਗਈਆਂ। ਭੰਗੀ ਹਰੀ ਸਿੰਘ ਥੋ ਉਹਾਂ ਰਹਿਓ। ਤੇ ਪੰਜਵੀਂ ਮਿਸਲ ਸੀ ਭੰਗੀਆਂ ਦੀ, ਹਰੀ ਸਿੰਘ ਭੰਗੀ ਦੀ ਮਿਸਲ। ਇਹ ਪੰਜ ਮਿਸਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਗਈਆਂ। ਬਾਕੀ ਜਿਹੜੀਆਂ 6 ਮਿਸਲਾਂ ਬੁੱਢੇ ਦਲ ਦੇ ਨਾਲ ਮਿਲ ਕੇ ਫੈਜ਼ਲਪੁਰੀਆਂ ਦੀ, ਆਲੂ ਵਾਲੀਆਂ ਦੀ, ਡੱਲੇ ਵਾਲੀਆਂ ਦੀ, ਨਿਸ਼ਾਨਾ ਵਾਲਿਆਂ ਦੀ, ਇਹ ਮਿਸਲਾਂ ਜਿਹੜੀਆਂ ਸਨ ਬੁੱਢੇ ਦਲ ਦੀਆਂ ਬਿਆਸ ਦਰਿਆ ਤੋਂ ਪਾਰ ਕਰਕੇ ਇਧਰ ਮਾਲਵੇ ਵੱਲ ਆ ਗਈਆਂ। ਵਿਸਾਖੀ ਦਾ ਜੋੜ ਮੇਲਾ ਮਨਾ ਕੇ ਕਿਲੇ ਆਪਨੇ ਸੋਥੋ ਬਹਿਓ। ਤੇ ਜਿਹੜੀਆਂ ਇਹ ਪੰਜ ਮਿਸਲਾਂ ਨੇ ਇਹਨਾਂ ਨੇ ਆਪੋ ਆਪਣੇ ਬੂੰਗੇ ਬਣਾਏ ਹੋਏ ਨੇ। ਅੰਮ੍ਰਿਤਸਰ ਸਾਹਿਬ ਸਰੋਵਰ ਦੇ ਚਾਰੇ ਪਾਸੇ ਨਾ ਛੋਟੇ ਛੋਟੇ ਕਿਲੇ ਵੀ ਬਣਾਏ ਹੋਏ ਨੇ। ਉਹਨਾਂ ਕਿਲਿਆਂ ਵਿੱਚ, ਗੜੀਆਂ ਦੇ ਵਿੱਚ ਮਿਸਲਾਂ ਟਿਕੀਆਂ ਹੋਈਆਂ ਹਨ। ਅਕਾਲ ਬੁੰਗੇ ਪਹਿਰ ਤੀਜੇ ਆਵੇ। ਆ ਤੀਜਾ ਪਹਿਰ ਜਦੋਂ ਹੁੰਦਾ, ਦੁਪਹਿਰ ਦਾ ਸਮਾਂ ਟਲਦਾ ਹੈ, ਤਾਂ ਤੀਜੇ ਪਹਿਰ ਸਾਰੇ ਸਿੰਘ ਇਕੱਤਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਂਦੇ ਹਨ। ਅਕਾਲ ਤਖਤ ਸਾਹਿਬ ਤੇ ਆ ਕੇ ਸਮੁੱਚਾ ਖਾਲਸਾ ਪੰਥ ਇਕੱਤਰ ਹੁੰਦਾ ਹੈ। ਸੁਨ ਰਹਿ ਰਾਸ ਫਿਰ ਕਿਲੇ ਸਿਧਾਵੇ। ਸ਼ਾਮ ਦੇ ਇਤਿਹਾਸ ਦੀ ਕਥਾ ਹੁੰਦੀ ਹੈ, ਸੋਦਰ ਦੀ ਚੌਂਕੀ ਹੁੰਦੀ ਹੈ, ਰਹਿ ਰਾਸ ਸਾਹਿਬ ਜੀ ਦਾ ਪਾਠ ਸਾਰੇ ਸਿੰਘ ਅਕਾਲ ਤਖਤ ਸਾਹਿਬ ਤੇ ਬੈਠ ਕੇ ਸੁਣਦੇ ਹਨ। ਖਾਲਸਾ ਜੀ, ਇਹ ਮਰਿਆਦਾ ਹੈ ਪੁਰਾਤਨ ਸਮੇਂ ਦੀ ਪੰਥ ਦੀ। ਕਿਤੇ ਵੀ ਹੋਣ ਸੋਦਰ ਦਾ ਪਾਠ, ਸ੍ਰੀ ਰਹਿ ਰਾਸ ਸਾਹਿਬ ਜੀ ਦਾ ਪਾਠ ਪੰਥ ਇਕੱਤਰ ਹੋ ਕੇ ਸੁਣਦਾ ਹੈ। ਹੁਣ ਵੀ ਦਲਾਂ ਪੰਥਾਂ ਦੇ ਵਿੱਚ ਇਹ ਮਰਿਆਦਾ ਹੈ। ਦਿਨੇ ਭਾਵੇਂ ਜਿੱਥੇ ਮਰਜ਼ੀ ਘੋੜਿਆਂ ਦੇ ਵਿੱਚ ਵਿਚਰਦੇ ਹੋਣ, ਸੰਧਿਆ ਦੇ ਸਮੇਂ ਰਹਿ ਰਾਸ ਸਾਹਿਬ ਜੀ ਦੀ ਬਾਣੀ ਸੁਣਨ ਵਾਸਤੇ ਮਹਾਰਾਜ ਜੀ ਦੇ ਦਰਬਾਰ 'ਚ ਸਾਰੇ ਸਿੰਘ ਹਾਜ਼ਰ ਹੋ ਜਾਂਦੇ ਹਨ। ਮਹਾਂਪੁਰਸ਼ ਕਹਿੰਦੇ ਆ, ਭਾਈ ਜਿਹੜੇ ਸੋਦਰ ਦਾ ਪਾਠ ਨਹੀਂ ਕਰਦੇ, ਸੁਣਦੇ, ਉਹਨਾਂ ਨੂੰ ਸੱਚਖੰਡ ਦੇ ਵਿੱਚ ਰਹਿ ਰਾਸ ਸਾਹਿਬ ਦੇ ਸਮੇਂ ਕੱਢ ਦਿੱਤਾ ਜਾਂਦਾ। ਜਾਓ ਭਾਈ, ਤੁਸੀਂ ਰਹਿ ਰਾਸ ਸਾਹਿਬ ਨਹੀਂ ਪੜ੍ਹੀ, ਤੁਹਾਨੂੰ ਹੁਣ ਇੱਥੇ ਬਹਿਣ ਦਾ ਹੱਕ ਨਹੀਂ। ਇਸ ਕਰਕੇ ਸੋਦਰ ਆਰਤੀ ਗਾਵੀ ਆ ਭਾਈ ਗੁਰਦਾਸ ਜੀ ਦੇ ਵੀ ਕਥਨ ਨੇ। ਤੋ ਸਿੰਘ ਇਕੱਤਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਰਹਿ ਰਾਸ ਸਾਹਿਬ ਜੀ ਦਾ ਪਾਠ ਪੜ੍ਹ ਕੇ, ਸੁਣ ਕੇ, ਫਿਰ ਸਮਾਪਤੀ ਤੋਂ ਬਾਅਦ ਆਪੋ ਆਪਣੇ ਕਿਲਿਆਂ ਨੂੰ ਚਲੇ ਜਾਂਦੇ ਹਨ। ਨਿਤ ਪ੍ਰਤ ਐਸੋ ਕਰਤ ਖਿਆਲ। ਨਿਤਾ ਪ੍ਰਤੀ ਖਾਲਸੇ ਦਾ ਇਹੀ ਖਿਆਲ ਹੈ, ਰੋਜ਼ ਦਾ ਖਾਲਸੇ ਦਾ ਇਹੀ ਨਿਤਨੇਮ ਹੈ। ਬਰਸੈ ਮੀਂਹ ਭਾਵੈ ਵਗੈ ਵਾਲ। ਭਾਵੇਂ ਮੀਂਹ ਵਰਸੇ ਤੇ ਭਾਵੇਂ ਝੱਖੜ ਵਰੇ, ਖਾਲਸੇ ਨੇ ਆਪਣਾ ਨੇਮ ਨਹੀਂ ਛੱਡਣਾ। ਸੱਧਿਆ ਸਮੇਂ ਰਹਿ ਰਾਸ ਸਾਹਿਬ ਦਾ ਪਾਠ ਖਾਲਸਾ ਇਕੱਤਰ ਹੋ ਕੇ ਕਰਦਾ ਹੀ ਕਰਦਾ ਹੈ। ਇਸੀ ਤੋਰ ਸਭ ਖਾਲਸੋ ਆਵੇ। ਇਸੇ ਤੌਰ ਨਾਲ ਸਮੁੱਚੇ ਖਾਲਸੇ ਪੰਥ ਦੀ ਇਹ ਮਰਿਆਦਾ ਹੈ। ਜਿੱਥੇ ਜਿੱਥੇ ਵੀ ਸਿੰਘਾਂ ਦੇ ਪੜਾਅ ਹੁੰਦੇ ਸਨ, ਸੰਧਿਆ ਸਮੇਂ ਇਕੱਤਰ ਹੋ ਕੇ ਰਹਿ ਰਾਸ ਸਾਹਿਬ ਦਾ ਪਾਠ ਕਰਦੇ ਤੇ ਸੁਣਦੇ ਹਨ। ਸੁਨੇ ਅਰਦਾਸ ਸਭ ਡੇਰੇ ਸਿਧਾਵੇ। ਔਰ ਅਰਦਾਸ ਕਰਨ ਤੋਂ ਬਾਅਦ ਰਹਿ ਰਾਸ ਸਾਹਿਬ ਦੀ ਸਮਾਪਤੀ ਕਰਕੇ, ਅਰਦਾਸ ਕਰਕੇ ਫਿਰ ਆਪੋ ਆਪਣੇ ਡੇਰਿਆਂ ਤੇ ਪੜਾਵਾਂ ਤੇ ਚਲੇ ਜਾਂਦੇ ਨੇ। ਬੈਰ ਪਾਪ ਤਹ ਕਰੈ ਨ ਕੋਏ। ਸਿੰਘਾਂ ਵਿੱਚ ਆਪਸ ਵਿੱਚ ਇੰਨਾ ਪਿਆਰ ਹੈ ਵੀ ਕਿਸੇ ਦਾ ਇੱਕ ਦੂਜੇ ਨਾਲ ਕੋਈ ਦਵੈਸ਼ ਜਾਂ ਫਰਕ ਨਹੀਂ ਹੈ। ਆਪਸ ਵਿੱਚ ਵੈਰ ਭਾਵ ਤਿਆਗ ਕੇ ਬੜੇ ਪ੍ਰੇਮ ਭਾਵ ਨਾਲ ਸਿੰਘ ਵਿਚਰਦੇ ਹਨ। ਲਾਏ ਦੀਵਾਨ ਸਭ ਗੁਰਮਤਿ ਹੋਏ। ਔਰ ਸੰਧਿਆ ਦੇ ਸਮੇਂ ਹੀ ਜਦੋਂ ਦੁਪਹਿਰ ਤੋਂ ਬਾਅਦ ਸਿੰਘ ਦੀਵਾਨ ਸਜਾਉਂਦੇ ਨੇ, ਤਾਂ ਉਹਦੇ ਵਿੱਚ ਹੀ ਗੁਰਮਤੇ ਕਰਦੇ ਹਨ ਕਿ ਆਉਣ ਵਾਲੇ ਸਮੇਂ ਦੀ ਕੀ ਰੂਪ ਰੇਖਾ ਹੈ, ਕੀ ਕਰਨਾ ਹੈ, ਕਿੱਧਰ ਜਾਣਾ ਹੈ। ਉਹ ਸਾਰੇ ਗੁਰਮਤੇ ਸਿੰਘ ਰਲ ਕੇ ਕਰਦੇ ਹਨ। ਦੋਹਰਾ ਇੱਕ ਦਿਵਸ ਹਰੀ ਸਿੰਘ ਜੀ ਬੈਠੇ ਹੁਤੇ ਦਰਬਾਰ। ਇੱਕ ਦਿਨ ਦਾ ਬਚਨ ਹੈ ਕਿ ਜਥੇਦਾਰ ਹਰੀ ਸਿੰਘ ਜੀ ਭੰਗੀਆਂ ਦੀ ਮਿਸਲ ਦੇ ਜਥੇਦਾਰ, ਇਹ ਬੈਠੇ ਹੋਏ ਸਨ ਪੰਥ ਦੇ ਵਿੱਚ ਆਪਣਾ ਦੀਵਾਨ ਸਜਾ ਕੇ। ਇਹਨਾਂ ਦੇ ਨਾਲ ਤਕਰੀਬਨ 5000 ਸਿੰਘ ਹੁੰਦਾ ਸੀ ਭਾਈ ਹਰੀ ਸਿੰਘ ਜੀ ਦੇ ਨਾਲ। ਇਹ ਆਪਣੇ ਸਿੰਘਾਂ ਦੇ ਜਥੇ ਦੇ ਵਿੱਚ ਦੀਵਾਨ ਸਜਾ ਕੇ ਬੈਠੇ ਹੋਏ ਸੀ। ਦੁਈ ਦੁਹਾਈ ਆਨ ਬਿਪ ਕਸੂਰੀਓ ਊਚ ਪੁਕਾਰ। ਕਸੂਰ ਤੋਂ ਆਇਆ ਹੋਇਆ ਇੱਕ ਬ੍ਰਾਹਮਣ, ਕਸੂਰ ਸ਼ਹਿਰ ਤੋਂ, ਉਹਨੇ ਉੱਚੀ ਉੱਚੀ ਹਾਏ ਦੁਹਾਈ ਪਾ ਕੇ ਖਾਲਸੇ ਦੀ ਸ਼ਰਨ ਚ ਆ ਕੇ ਪੁਕਾਰ ਕੀਤੀ। ਰੋ ਰੋ ਕੇ, ਕਗਿਆ ਕੇ ਪੁਕਾਰ ਕਰਕੇ ਕਹਿੰਦਾ, ਖਾਲਸੇ ਦੀ ਮੈਂ ਸ਼ਰਣਾ, ਖਾਲਸੇ ਦੀ ਦੁਹਾਈ ਹੈ। ਚੌਪਈ ਊਚੇ ਬਿਪਿਓ ਕਰੀ ਪੁਕਾਰ। ਜਦੋਂ ਕਸੂਰ ਤੋਂ ਆਏ ਹੋਏ ਇਸ ਬ੍ਰਾਹਮਣ ਨੇ ਉੱਚੀ ਆਵਾਜ਼ ਵਿੱਚ ਪੁਕਾਰ ਕੀਤੀ, ਖੋਹੀ ਕਸੂਰੀਅਨ ਮੇਰੀ ਨਾਰ। ਔਰ ਪੁਕਾਰ ਕਰਕੇ ਦੱਸਿਆ, ਖਾਲਸਾ ਜੀ,
ਕਸੂਰ ਦੇ ਵਿੱਚ ਇੱਕ ਪਠਾਨ ਨੇ ਜ਼ਬਰਦਸਤੀ ਮੇਰੀ ਘਰਵਾਲੀ ਨੂੰ ਖੋਹ ਕੇ ਆਪਣੇ ਘਰ ਪਾ ਲਿਆ ਹੈ। ਮੇਰੇ ਨਾਲ ਧੱਕਾ ਕੀਤਾ ਹੈ ਪਠਾਨ ਨੇ, ਕਸੂਰ ਸ਼ਹਿਰ ਦੇ ਨੇ, ਕਿ ਮੇਰੀ ਘਰਵਾਲੀ ਬ੍ਰਾਹਮਣੀ ਨੂੰ ਉਹਨੇ ਜ਼ਬਰਦਸਤੀ ਆਪਣੇ ਘਰ ਪਾ ਲਿਆ। ਤੁਮ ਖਾਲਸੇ ਹੋ ਹਿੰਦੂ ਧਰਮ, ਤੁਸੀਂ ਸਮੁੱਚਾ ਖਾਲਸਾ ਪੰਥ ਹਿੰਦੂ ਧਰਮ ਦੀ ਰਾਖੀ ਵਾਸਤੇ ਸਿਰਜਿਆ ਹੈ। ਪੰਥ ਨਾਨਕ ਕੋ ਛਤਰੀ ਕਰਮ, ਇਹ ਗੁਰੂ ਨਾਨਕ ਸਾਹਿਬ ਦਾ ਪੰਥ ਹੈ, ਛਤਰੀਆਂ ਦਾ ਧਰਮ ਹੈ ਖਾਲਸੇ ਦਾ। ਛਤਰੀ ਦਾ ਧਰਮ ਹੁੰਦਾ ਜੂਝਣਾ, ਖਾਲਸੇ ਦੇ ਕੋਲ ਛਤਰੀ ਦਾ ਧਰਮ ਹੈ। ਆਪ ਜੀ ਦੇ ਸਹਿਬੇ ਬਚਨ ਕਰਦੇ ਹੈ, ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿਤਾ ਪਾਵਤ ਹੈ ਜੋ ਕਰੋ, अरे और जंजार जितो ग्रह को तुह त्याग कहाँ चित ता मैं धरो, अब रीझ कह देहो वह हमको जो हो बिनती कर जोर करो, जब आपकी औद निदान बना हथ ही रण में तब जूझ मरो। ਇਹ ਖਾਲਸੇ ਦਾ ਛਤਰੀ ਧਰਮ ਹੈ। ਤੁਰਕਨ ਕਰੀ ਜ਼ੁਲਮੀ ਭਾਰੀ, ਤੁਰਕਾਂ ਨੇ ਮੇਰੇ ਤੇ ਬੜੀ ਵੱਡੀ ਜ਼ੁਲਮੀ ਕੀਤੀ ਹੈ, ਉਹਨਾਂ ਨੇ ਬੜਾ ਵੱਡਾ ਭਾਰੀ ਅਤਿਆਚਾਰ ਕੀਤਾ ਹੈ। ਤੁਰਕਨ ਆਈ ਗਲਨੇ ਵਾਰੀ, ਕਿਉਂਕਿ ਤੁਰਕਾਂ ਦੇ ਗਲਨ ਦੀ ਵਾਰੀ ਆ ਗਈ ਹੈ। ਹੁਣ ਇਹਨਾਂ ਮਲੇਛਾਂ ਦੇ ਰਾਜ ਦੀ ਗਲਨ ਦੀ ਵਾਰੀ ਆ ਗਈ ਹੈ। ਇਹਨਾਂ ਦੀਆਂ ਜੜ੍ਹਾਂ ਮਲੇਛਾਂ ਦੇ ਰਾਜ ਦੀਆਂ ਗਲ ਗਈਆਂ ਹਨ। ਮੈਂ ਆਇਓ ਖਾਲਸਾ ਸ਼ਰਣਾਈ, ਮੈਂ ਖਾਲਸੇ ਪੰਥ ਦੀ ਸ਼ਰਨ ਚੱਲ ਕੇ ਆਇਆ ਹਾਂ। ਯੋਂ ਕਹਿ ਕੇ ਫਿਰ ਦਈ ਦੁਹਾਈ, ਏਦਾਂ ਕਹਿ ਕੇ ਨੇ ਖਾਲਸੇ ਪੰਥ ਨੂੰ ਦੁਹਾਈ ਦਿੱਤੀ। ਦੁਹਾਈ ਆ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਨਾਮ ਦੀ। ਖਾਲਸਾ ਜੀ ਮੇਰੀ ਪੁਕਾਰ ਸੁਣੋ, ਮੇਰੀ ਫਰਿਆਦ ਸੁਣੋ। ਯਹ ਦਰਬਾਰ ਛੱਡ ਔਰ ਕਤ ਜਾਊ, ਮੈਂ ਕਸੂਰ ਤੋਂ ਟੁਰਿਆ, ਮੈਨੂੰ ਇਸ ਦਰਬਾਰ ਤੋਂ ਬਿਨਾਂ ਕੋਈ ਦੂਜਾ ਦਰਬਾਰ ਨਜ਼ਰ ਨਹੀਂ ਆਇਆ ਜਿੱਥੇ ਆ ਕੇ ਮੈਂ ਪੁਕਾਰ ਕਰ ਸਕਦਾ। ਮੇਰੀ ਪੁਕਾਰ ਅਗਰ ਕੋਈ ਸੁਣ ਸਕਦਾ ਤਾਂ ਉਹ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਖਾਲਸਾ ਪੰਥ ਸੁਣ ਸਕਦਾ ਹੈ। ਪੰਥ ਤੋਂ ਬਿਨਾਂ ਮੇਰੀ ਕਿਸੇ ਨੇ ਬਾਹ ਨਹੀਂ ਫੜਦੀ। ਮੈਂ ਕਸੂਰ ਵਿੱਚ ਵੱਡੇ ਵੱਡੇ ਕੋਤਵਾਲਾਂ ਕੋਲ ਜਾ ਜਾ ਕੇ ਰੋ ਕੇ ਪਠਾਨ ਦੀ ਸ਼ਿਕਾਇਤ ਕੀਤੀ, ਕਿਸੇ ਨੇ ਮੇਰੀ ਬੌੜੀ ਨਹੀਂ ਕੀਤੀ। ਖਾਲਸਾ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਸੂਰ ਦੇ ਉਸ ਜ਼ਾਲਮੀ ਪਠਾਨ ਨੇ, ਜ਼ੁਲਮੀ ਪਠਾਨ ਨੇ ਜ਼ਬਰਦਸਤੀ ਮੇਰੀ ਘਰਵਾਲੀ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਇਹ ਵੱਡੀ ਵਧੀਕੀ ਮੇਰੇ ਨਾਲ ਉਸ ਮਲੇਛ ਨੇ ਕੀਤੀ ਹੈ। ਖਾਲਸਾ ਜੀ ਤੁਹਾਡੇ ਬਿਨਾਂ ਮੇਰੀ ਕਿਸੇ ਨੇ ਬਾਹ ਨਹੀਂ ਫੜਨੀ। ਤੁਹਾਡਾ ਇਹ ਘਰ ਛੱਡ ਕੇ, ਦਰਬਾਰ ਛੱਡ ਕੇ ਮੈਂ ਕਿੱਥੇ ਜਾਵਾਂ? ਇਸ ਦਰਬਾਰ ਤੋਂ ਬਿਨਾਂ ਮੇਰੀ ਹੋਰ ਕਿਸੇ ਨੇ ਬਾਹ ਨਹੀਂ ਫੜਨੀ। ਤਿਸੈ ਨ ਠੌਰ ਜਹ ਅਦਾਲਤ ਪਾਉ, ਮੈਨੂੰ ਪੂਰੇ ਸੰਸਾਰ ਭਰ ਵਿੱਚ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਕੋਈ ਇਹੋ ਜਿਹੀ ਅਦਾਲਤ ਨਹੀਂ ਦਿਸਦੀ ਜਿੱਥੇ ਜਾ ਕੇ ਮੇਰਾ ਕੋਈ ਇਨਸਾਫ ਹੋਵੇ, ਜਿੱਥੇ ਜਾ ਕੇ ਮੇਰਾ ਕੋਈ ਨਿਆਂ ਹੋਵੇ। ਇਹ ਅਕਾਲ ਤਖਤ ਸਾਹਿਬ ਦਾ ਹੀ ਸੱਚਾ ਘਰ ਹੈ, ਜਿਹੜੀ ਸੱਚੀ ਅਦਾਲਤ ਹੈ, ਜਿੱਥੇ ਮੇਰਾ ਸੱਚਾ ਇਨਸਾਫ ਹੋਵੇਗਾ। ਦਰਬਾਰ ਅੱਗੇ ਸੁੱਟੀ ਪੱਗ ਉਤਾਰ, ਬ੍ਰਾਹਮਣ ਨੇ ਦਰਬਾਰ ਅਕਾਲ ਤਖਤ ਸਾਹਿਬ ਦੇ ਸਾਨਮੁਖ ਆਪਣੀ ਪੱਗ ਲਾ ਕੇ ਪੰਥ ਦੇ ਚਰਨਾਂ 'ਚ ਰੱਖ ਦਿੱਤੀ। ਆਖਿਆ ਇਹ ਪੱਗ ਹੁਣ ਖਾਲਸਾ ਮੇਰੇ ਸਿਰ ਤੇ ਰੱਖੇਗਾ। ਮੇਰੀ ਪੱਗ ਲੈ ਗਈ ਹੈ, ਮੇਰੀ ਇੱਜ਼ਤ ਚਲੀ ਗਈ ਹੈ। ਹੁਣ ਖਾਲਸਾ ਹੀ ਪੰਥ ਹੀ ਹੈ ਜਿਹੜਾ ਮੇਰੀ ਇਹ ਪੱਗ ਦੁਬਾਰਾ ਮੁੜ ਮੇਰੇ ਸਿਰ ਤੇ ਰੱਖੇਗਾ। ਕਹੇ ਮਰੂ ਮੈਂ ਮਾਰ ਤਲਵਾਰ, ਤੇ ਜੇ ਤੁਸੀਂ ਮੇਰੀ ਪੁਕਾਰ ਨਾ ਸੁਣੀ ਖਾਲਸਾ ਜੀ ਤਾਂ ਮੈਂ ਤਲਵਾਰ ਆਪਣੀ ਹਿੱਕ 'ਚ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਵਾਂਗਾ, ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗਾ। ਦੋਹਰਾ ਹਰੀ ਸਿੰਘ ਤਿਸ ਕੋ ਕਹਿਓ ਤੂੰ ਕੱਲ ਆਈ ਫੇਰ। ਬਾਬਾ ਹਰੀ ਸਿੰਘ ਜੀ ਭੰਗੀ ਨੇ ਮਿਸਲਾਂ ਦੀ, ਭੰਗੀਆਂ ਦੀ ਮਿਸਲ ਦੇ ਜਥੇਦਾਰ ਨੇ ਆਖਿਆ ਪੰਡਤ ਜੀ ਤੁਸੀਂ ਗੁਰੂ ਪੰਥ ਦੀ ਸ਼ਰਨ ਆਏ ਹੋ, ਕੱਲ ਨੂੰ ਫੇਰ ਆਇਓ। ਹਾਂਜੀ ਲਗੈ ਦੀਵਾਨ ਜਬ ਖਾਲਸੈ ਪੜੀ ਰਹੋ ਰਾਸੈ ਕੇਰ। ਕਿਉਂਕਿ ਹੁਣ ਇਸ ਵੇਲੇ ਕੱਲੀ ਮੇਰੀ ਜਥੇਬੰਦੀ ਹੈ ਭੰਗੀਆਂ ਦੀ ਮਿਸਲ। ਕੱਲ ਨੂੰ ਬਾਕੀ ਦੀਆਂ ਮਿਸਲਾਂ ਵੀ ਇਕੱਠੀਆਂ ਹੋਣਗੀਆਂ। ਜਦੋਂ ਰਹਿਰਾਸ ਸਾਹਿਬ ਦਾ ਸਮਾਂ ਹੋਵੇਗਾ ਨਾ ਤੇ ਪੰਜੇ ਮਿਸਲਾਂ ਦੇ ਸਿੰਘ ਇਕੱਠੇ ਹੋਣਗੇ, ਸਾਰੇ ਜਥੇਦਾਰ ਇਕੱਠੇ ਹੋਣਗੇ, ਪੰਥ ਇਕੱਠਾ ਹੋਵੇਗਾ। ਉਦੋਂ ਆ ਕੇ ਤੂੰ ਪੰਥ ਦੇ ਸਨਮੁਖ ਆਪਣੀ ਪੁਕਾਰ ਕਰੀ, ਤੇਰੀ ਪੁਕਾਰ ਸੁਣੀ ਜਾਏਗੀ। ਚੌਪਈ ਦਿਨ ਅਗਲੇ ਫਿਰ ਖਾਲਸੋ ਆਇਓ, ਅਗਲੇ ਦਿਨ ਖਾਲਸੇ ਨੇ ਫਿਰ ਦੀਵਾਨ ਸਜਾਇਆ। ਕਰ ਇਸ਼ਨਾਨ ਦਰਸ਼ਨ ਦਰਸਾਇਓ। ਇਸ਼ਨਾਨ ਪਾਨ ਕਰਕੇ ਖਾਲਸੇ ਨੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਦੀਵਾਨ ਸਜਾਏ ਨੇ। ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਹਨ। ਟੇਕ ਮੱਥੋ ਸਿੰਘ ਬੈਠੋ ਆਣ, ਔਰ ਨਮਸਕਾਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਜ ਗਏ, ਬੈਠ ਗਏ। ਸ਼ਬਦ ਚੌਂਕੀ ਸੁਨੀ ਲਾਏ ਦੀਵਾਨ, ਸੋਦਰ ਦੀ ਸ਼ਬਦ ਚੌਂਕੀ ਸਿੰਘਾਂ ਨੇ ਦੀਵਾਨ ਸਜਾ ਕੇ ਸੁਣੀ ਹੈ।
ਕੀਰਤਨੀਏ ਸਿੰਘਾਂ ਨੇ ਸੋਦਰ ਗਾਈ ਹੈ, ਬੜੇ ਪਿਆਰ ਨਾਲ ਬਹਿ ਕੇ ਕੀਰਤਨ ਸੁਣਿਆ ਹੈ। ਪੜ ਰਹਿ ਰਾਸ ਫਿਰ ਅਰਦਾਸੈ ਭਈ। ਫਿਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਪੜਿਆ ਇੱਕ ਸਿੰਘ ਨੇ, ਬਾਕੀ ਸਾਰੇ ਪੰਥ ਨੇ ਸੁਣਿਆ ਹੈ। ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋਈ ਹੈ। ਫਿਰ ਆਏ ਬਿਪ ਦੁਹਾਈ ਦਈ। ਰਹਿਰਾਸ ਸਾਹਿਬ ਦੀ ਸਮਾਪਤੀ ਕਰਕੇ ਪੰਥ ਨੇ ਅਰਦਾਸਾ ਸੋਧਿਆ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਇੰਨੇ ਨੂੰ ਉਸ ਵੇਲੇ ਉਹੀ ਕਸੂਰ ਤੋਂ ਆਇਆ ਹੋਇਆ ਬ੍ਰਾਹਮਣ ਸਮੁੱਚੇ ਪੰਥ ਦੀ ਸ਼ਰਨ ਦੇ ਵਿੱਚ ਆ ਕੇ ਹਾਜ਼ਰ ਹੋਇਆ। ਕਰੋ ਪਰਾਲਾ ਮੋਰਾ ਚੱਲ। ਕਹਿਣ ਲੱਗਾ, ਖਾਲਸਾ ਜੀ ਚੱਲ ਕੇ ਮੇਰਾ ਕੋਈ ਉਪਰਾਲਾ ਕਰੋ, ਮੇਰਾ ਕੋਈ ਉਪਾਏ ਕਰੋ। ਮਾਰੋ ਕਸੂਰੈ ਬਨੈ ਸਭ ਗੱਲ। ਔਰ ਚੱਲ ਕੇ ਕਸੂਰ ਮਾਰੋ ਤਾਂ ਜੋ ਇਹ ਸਾਰੀ ਗੱਲ ਬਣ ਸਕੇ। ਨਹੀਂ ਤੋ ਮਰੂੰਗ ਮੈਂ ਸਿਰ ਚੜ ਥਾਰੇ। ਬਾਹਮਣ ਨੇ ਵੀ ਕਹਿ ਦਿੱਤਾ ਵੀ ਜੇ ਤੁਸੀਂ ਕਸੂਰ ਤੇ ਹਮਲਾ ਨਾ ਕੀਤਾ ਤੇ ਮੈਂ ਇੱਥੇ ਤੁਹਾਡੇ ਸਿਰੇ ਲੱਗ ਕੇ ਮਰਾਂਗਾ। ਹੋਵਗ ਤੁਮਕੋ ਅਪਜਸ ਸਾਰੇ। ਫਿਰ ਤੁਹਾਡਾ ਅਪਜਸ ਹੋਵੇਗਾ ਕਿ ਇੱਕ ਬ੍ਰਾਹਮਣ ਖਾਲਸੇ ਕੋਲ ਰੋਂਦਾ ਕੁਰਲਾਉਂਦਾ ਮਰ ਗਿਆ ਤੇ ਖਾਲਸੇ ਨੇ ਉਹਦੀ ਪੁਕਾਰ ਨਹੀਂ ਸੁਣੀ। ਏਦਾਂ ਮੈਂ ਇੱਥੇ ਆਪਣੇ ਪ੍ਰਾਣ ਤਿਆਗ ਦੇਵਾਂਗਾ। ਹਰੀ ਸਿੰਘ ਸਭ ਖਾਲਸੋ ਪੁੱਛਾ। ਜਥੇਦਾਰ ਹਰੀ ਸਿੰਘ ਭੰਗੀ ਜੀ ਨੇ ਉਸ ਵੇਲੇ ਸਾਰੇ ਖਾਲਸੇ ਨੂੰ ਬੇਨਤੀ ਕਰਕੇ ਪੁੱਛਿਆ, ਦਿਓ ਜਵਾਬ ਜੋ ਤੁਮ ਲੱਗੈ ਹੱਛਾ। ਕਹਿਣ ਲੱਗੇ, ਖਾਲਸਾ ਜੀ ਤੁਸੀਂ ਦਿਓ ਜਵਾਬ। ਹੁਣ ਪੰਡਤ ਨੂੰ ਕੀ ਜਵਾਬ ਦੇਣਾ ਜੋ ਤੁਹਾਨੂੰ ਚੰਗਾ ਲੱਗਦਾ ਹੈ। ਇਹ ਬ੍ਰਾਹਮਣ ਨੇ ਜਿਹੜੀ ਆ ਕੇ ਪੁਕਾਰ ਕੀਤੀ ਹੈ, ਇਹਨੂੰ ਜਿਹੜਾ ਜਵਾਬ ਦੇਣਾ ਹੈ ਖਾਲਸਾ ਜੀ ਹੁਣ ਉਹ ਤੁਸੀਂ ਦਿਓ, ਇਹਨੂੰ ਕੀ ਜਵਾਬ ਦੇਣਾ ਹੈ। ਸਰਬੱਤ ਖਾਲਸਾ ਐਸ ਵਖਾਨਾ। ਉਸ ਵੇਲੇ ਸਰਬੱਤ ਖਾਲਸੇ ਨੇ ਇਸ ਤਰ੍ਹਾਂ ਬਚਨ ਕਹੇ। ਕਨਈਆਂ ਨੇ, ਨਕਈਆਂ ਨੇ, ਰਾਮਗੜੀਆਂ ਨੇ ਇਸ ਤਰ੍ਹਾਂ ਕਿਹਾ, ਤੂੰ ਸਭਹੀਨ ਮੈਂ ਆਹੇ ਸਿਆਣਾ। ਕਹਿਣ ਲੱਗੇ, ਹਰੀ ਸਿੰਘ ਜੀ ਤੁਸੀਂ ਵੱਡੇ ਹੋ ਸਾਡੇ ਸਾਰਿਆਂ ਤੋਂ, ਸਿਆਣੇ ਹੋ, ਦੂਰ ਅੰਦੇਸ਼ੀ ਬਿਰਤੀ ਰੱਖਦੇ ਹੋ। ਆਪਣਾ ਉਨਕਾ ਲਖ ਲਿਓ ਤਾਣ। ਤੁਸੀਂ ਆਪਣਾ ਤੇ ਕਸੂਰ ਵਾਲਿਆਂ ਦਾ ਤਾਣ ਵੇਖ ਲਓ ਵੀ ਕਸੂਰ ਸ਼ਹਿਰ ਵਿੱਚ ਕਿੰਨੀ ਕੁ ਤਾਕਤ ਹੈ ਉਹਨਾਂ ਕੋਲ, ਤੇ ਆਪਣੇ ਕੋਲ ਕਿੰਨੀ ਕੁ ਤਾਕਤ ਹੈ, ਆਪਾਂ ਕਿੰਨੇ ਕੁ ਤਾਣ ਨਾਲ ਉਹਨਾਂ ਨਾਲ ਲੜ ਸਕਦੇ ਹਾਂ। ਆਪਣਾ ਤੇ ਦੁਸ਼ਮਣ ਦਾ ਤਾਣ ਜਿਹੜਾ ਹੈ ਉਹ ਚੰਗੀ ਤਰ੍ਹਾਂ ਲਖ ਲਓ, ਵੇਖ ਲਓ। ਤਬ ਫਿਰ ਬਿਪਨੇ ਕਹੀ ਵਖਾਣ। ਫਿਰ ਉਹ ਕੋਲੋਂ ਬ੍ਰਾਹਮਣ ਬੋਲਿਆ, ਦੋਹਰਾ ਤੋ ਫਿਰ ਪ੍ਰਾਤੈ ਹਰੀ ਸਿੰਘ ਸਦ ਪੁੱਛੈ ਸਿਆਣੇ ਲੋਏ। ਕਹਿੰਦਾ ਜੀ ਜ਼ਰੂਰ ਤੁਸੀਂ ਕਰੋ, ਇਹ ਹੱਲਾ ਤੁਹਾਨੂੰ ਹੀ ਕਰਨਾ ਪੈਣਾ। ਤੋ ਹਰੀ ਸਿੰਘ ਜੀ ਨੇ ਆਖਿਆ, ਸਤ ਬਚਨ ਖਾਲਸਾ ਜੀ ਮੈਂ ਵਿਚਾਰ ਕਰ ਲੈਣਾ। ਅਗਲੇ ਦਿਨ ਹਰੀ ਸਿੰਘ ਜੀ ਨੇ ਜਿਹੜੇ ਸਿਆਣੇ ਸਿਆਣੇ ਸਿੰਘ ਸਨ, ਜਿਨ੍ਹਾਂ ਨੂੰ ਕਸੂਰ ਬਾਰੇ ਜਾਣਕਾਰੀ ਸੀ ਕਿ ਕਸੂਰ ਸ਼ਹਿਰ ਕਿਹੋ ਜਿਹਾ ਹੈ, ਉਹਦੀ ਬਣਤਰ ਕਿਹੋ ਜਿਹੀ ਆ, ਉਹਦੇ ਅੰਦਰ ਬਣੀਆਂ ਜਿਹੜੀਆਂ ਗੜੀਆਂ ਤੇ ਕਿਲੇ ਕਿਹੋ ਜਿਹੇ ਨੇ, ਉਹਨਾਂ ਸਿਆਣੇ ਸਿਆਣੇ ਲੋਕਾਂ ਨੂੰ ਭਾਈ ਹਰੀ ਸਿੰਘ ਜੀ ਨੇ ਆਪਣੇ ਕੋਲ ਸੱਦਿਆ। ਹਮਰੇ ਉਨਕੈ ਜੋਰ ਕੋ ਕਹੋ ਪਰਤ ਲੋ ਜੋਏ। ਕਹਿੰਦੇ ਵੇਖੋ ਪਤਿਆ ਕੇ ਵੀ ਸਾਡਾ ਤੇ ਕਸੂਰ ਵਾਲਿਆਂ ਦਾ ਕਿੰਨਾ ਕੁ ਤਾਣ ਹੈ। ਜਿਹੜੀ ਕਸੂਰ ਦੇ ਕੋਲ ਫੌਜ ਹੈ ਉਹਨਾਂ ਕੋਲ ਕਿੰਨੀ ਕੁ ਤਾਕਤ ਤੇ ਬਲ ਹੈ, ਤੇ ਸਾਡਾ ਬਲ ਕਿੰਨਾ ਕੁ ਹੈ, ਇਹ ਤੁਸੀਂ ਹੁਣ ਅਜਮਾ ਕੇ ਪਰਖ ਕੇ ਦੱਸੋ। ਚੌਪਈ ਤਬ ਸਿਆਣਨ ਨੇ ਕਰਿਓ ਉਚਾਰ। ਉਸ ਵੇਲੇ ਜਿਹੜੇ ਸਿਆਣੇ ਵਜ਼ੀਰ ਸਿੰਘ ਸਨ ਉਹ ਬੋਲੇ, ਜਥੇਦਾਰ ਹਰੀ ਸਿੰਘ ਭੰਗੀ ਜੀ ਨੂੰ ਕਹਿਣ ਲੱਗੇ, ਓਏ ਆਟਾ ਹਮ ਲੂਣ ਵਿਚਾਰ। ਕਹਿਣ ਲੱਗੇ, ਹਰੀ ਸਿੰਘ ਜੀ ਕਸੂਰ ਵਿੱਚ ਜਿੰਨੇ ਤੁਰਕ ਨੇ, ਫੌਜਾਂ ਨੇ, ਉਹ ਆਟੇ ਵਾਂਗੂ ਨੇ, ਤੇ ਆਪਾਂ ਆਪਣੇ ਆਪ ਨੂੰ ਇਦਾਂ ਸਮਝ ਲਈਏ ਜਿਵੇਂ ਆਟੇ ਵਿੱਚ ਲੂਣ ਨਜ਼ਰ ਨਹੀਂ ਆਉਂਦਾ। ਆਪਾਂ ਆਟੇ ਵਿੱਚ ਲੂਣ ਦੇ ਸਮਾਨ ਹਾਂ। ਤੁਮ ਪੈ ਕੁੱਲ ਸਿੰਘ 5000। ਹਰੀ ਸਿੰਘ ਜੀ ਤੁਹਾਡੇ ਜਥੇ ਦੇ ਵਿੱਚ ਜਿਹੜੇ ਸਿੰਘ ਨੇ ਉਹਨਾਂ ਦੀ ਕੁੱਲ ਗਿਣਤੀ ਤਕਰੀਬਨ 5000 ਹੈ। ਔਰ ਗਇਓ ਹੈ ਨਿਜ ਘਰ ਬਾਰ। ਕਿਉਂਕਿ ਬਹੁਤੇ ਸਿੰਘ ਆਪੋ ਆਪਣੇ ਘਰਾਂ ਨੂੰ ਗਏ ਹੋਏ ਨੇ, ਗ੍ਰਸਤੀ ਨੇ ਜਿਹੜੇ ਉਹ ਆਪੋ ਆਪਣੇ ਕਾਰਾਂ ਵਿਹਾਰਾਂ ਵਿੱਚ ਗਏ, ਘਰਾਂ ਵਿੱਚ ਗਏ ਬੱਚਿਆਂ ਪਰਿਵਾਰਾਂ ਨੂੰ ਮਿਲਣ। ਔਰ ਮਿਸਲ ਹੈ ਜੋ ਇਹਾਂ ਚਾਰ। ਤੇ ਬਾਕੀ ਤੁਹਾਡੀ ਮਿਸਲ ਤੋਂ ਇਲਾਵਾ 4 ਮਿਸਲਾਂ ਹੋਰ ਨੇ ਇੱਥੇ, ਰਾਮਗੜੀਆਂ, ਨਕਈਆਂ, ਕਨਈਆਂ ਦੀ। ਨਹੀਂ ਸਬਨ ਸੰਗ 8000। ਉਹਨਾਂ ਨਾਲ ਤਕਰੀਬਨ 8000 ਸਿੰਘ ਨੇ। 5000 ਤੁਹਾਡੇ ਨਾਲ ਨੇ ਤੇ ਉਹਨਾਂ ਦੇ ਨਾਲ ਗਿਣਤੀ ਪੂਰੀ 8000 ਵੀ ਨਹੀਂ, 8000 ਤੋਂ ਵੀ ਘੱਟ ਹੋਣਗੇ। ਯਾਨੀ ਕਿ ਮੋਟਾ ਜਿਹਾ ਅੰਦਾਜ਼ਾ ਲਾ ਲਓ ਕਿ ਤੁਹਾਡੀ ਕੁੱਲ ਗਿਣਤੀ ਆਪਣੀ ਸਿੰਘਾਂ ਦੀ ਇਸ ਵੇਲੇ ਤਕਰੀਬਨ 8 ਤੇ 5 13000 ਹੈ। ਕਸੂਰ ਮਾਹੇ ਤੁਰਕ 12 ਲੱਖ। ਤੇ ਹਰੀ ਸਿੰਘ ਜੀ ਤੁਸੀਂ ਜਾਣਦੇ ਹੋ ਵੀ ਕਸੂਰ ਵਿੱਚ ਕਿੰਨੇ ਨੇ ਤੁਰਕ? ਕਸੂਰ ਦੇ ਵਿੱਚ ਤੁਰਕਾਂ ਦੀ ਮਲੇਛਾਂ ਦੀ ਗਿਣਤੀ ਤਕਰੀਬਨ 12 ਲੱਖ ਹੈ। ਤੁਸੀਂ ਕੇਵਲ 13000 ਹੋ, ਉਹ 12 ਲੱਖ ਹੈ ਗਿਣਤੀ ਉਹਨਾਂ ਦੀ। ਹੁਣ ਇਹ ਤੁਸੀਂ ਅੰਦਾਜ਼ਾ ਲਾ ਲਓ
ਕਿ ਆਟਾ ਕਿਵੇਂ ਕਿੱਡਾ ਕਿੰਨਾ ਤੇ ਵਿੱਚ ਲੂਣ ਕਿੰਨਾ ਕੁ ਹੈ। ਆਟੇ ਵਿੱਚ ਲੂਣ ਸੁਝਾਪਾ ਇਦਾਂ ਦਾ ਕਹਿੰਦੇ ਆਪਣੀ ਗਿਣਤੀ ਹੈ। ਗੜੀ 12 ਵਸ ਹੈ ਵੱਖ ਵੱਖ। ਉਹ ਜਿਹੜੇ 12 ਲੱਖ ਤੁਰਕ ਨੇ ਉਹਨਾਂ ਨੇ 12 ਕਿਲੇ ਬਣਾਏ ਹੋਏ ਨੇ ਕਸੂਰ ਵਿੱਚ 12, ਔਰ ਇੱਕ ਇੱਕ ਕਿਲੇ ਦੇ ਵਿੱਚ ਉਹ ਸਾਰੇ ਮੁਖੀ ਹੋ ਕੇ ਵਸਦੇ ਨੇ। ਕੋਟ ਖਾਈ ਤਿਨ ਖੂਬ ਬਣਾਈ। ਔਰ ਉਹਨਾਂ ਕਿਲਿਆਂ ਦੇ ਚਾਰੇ ਪਾਸੇ ਚੰਗਾ ਉੱਚਾ ਕੋਟ ਬਣਾਇਆ ਹੋਇਆ ਉਹਨਾਂ ਨੇ, ਔਰ ਡੂੰਘੀਆਂ ਖਾਈਆਂ ਪਾਣੀ ਦੇ ਨਾਲ ਭਰੀਆਂ ਹੋਈਆਂ ਨੇ। ਤੋਪ ਜਬੂਰਨ ਪਾਤ ਚੜਾਈ। ਉਹਨਾਂ ਨੇ ਤੋਪਾਂ ਤੇ ਜੰਬੂਰਾਂ ਦੀਆਂ ਲੈਣਾ ਲਾਈਆਂ ਹੋਈਆਂ ਨੇ, ਕਿਲਿਆਂ ਦੀਆਂ ਕੰਧਾਂ ਤੇ ਚੜਾਈਆਂ ਹੋਈਆਂ ਨੇ। ਓਏ ਪਤਸ਼ਾਹੋ ਆਕੀ ਰਹੈ। ਉਹ ਤਾਂ ਅਹਿਮਦ ਸ਼ਾਹ ਅਬਦਾਲੀ ਤੋਂ ਵੀ ਆਕੀ ਨੇ, ਉਹਦੇ ਕਾਬੂ ਨਹੀਂ ਆਏ ਕਸੂਰ ਵਾਲੇ ਤਾਂ। ਉਹ ਤਾਂ ਅਬਦਾਲੀ ਤੋਂ ਵੀ ਆਕੀ ਨੇ, ਉਹ ਤਾਂ ਅਬਦਾਲੀ ਦੇ ਵੀ ਕਾਬੂ ਨਹੀਂ ਆਏ। ਕਰੋੜਪਤੀ ਵਜ਼ੀਰ ਦੋਏ ਅਹੈ। ਉੱਥੇ 1-2 ਕਰੋੜਪਤੀ ਵਜ਼ੀਰ ਨੇ ਜਿਹੜੇ ਉੱਥੇ ਜਾ ਕੇ ਦਿਲੇ ਰਾਮ ਵਰਗੇ ਰਹਿੰਦੇ ਹਨ। ਨੱਠ ਲਾਹੌਰ ਵਹਿ ਊਹਾਂ ਵੜੀ। ਉੱਥੇ ਲਾਹੌਰ ਤੋਂ ਨੱਠ ਕੇ ਕਸੂਰ ਜਾ ਕੇ ਰਹਿੰਦੇ, ਕਿਉਂਕਿ ਲਾਹੌਰ ਦਾ ਵੀ ਉਹਨਾਂ ਤੇ ਜ਼ੋਰ ਨਹੀਂ ਚੱਲਦਾ। ਅਬਦਾਲੀ ਵੀ ਉਹਨਾਂ ਤੇ ਆਪਣਾ ਭਾਰ ਨਹੀਂ ਪਾ ਸਕਿਆ, ਜ਼ੋਰ ਨਹੀਂ ਪਾ ਸਕਿਆ। ਆਏ ਮਰਹੱਟੇ ਤੋਂ ਰਹੀ ਤਕੜੀ। ਜਦੋਂ ਮਰਹੱਟੇ ਆਏ ਸਨ ਲਾਹੌਰ ਤੇ ਕਬਜ਼ਾ ਕਰਨ, ਉਹਨਾਂ ਨੇ ਕਸੂਰ ਤੇ ਵੀ ਹਮਲਾ ਕੀਤਾ ਸੀ, ਪਰ ਉਹ ਕਸੂਰ ਨੂੰ ਫਤਿਹ ਨਹੀਂ ਸੀ ਕਰ ਸਕੇ ਮਰਹੱਟੇ। ਉਹਨਾਂ ਨੂੰ ਵੀ ਮੂੰਹ ਦੀ ਖਾ ਕੇ ਕਸੂਰ ਤੋਂ ਵਾਪਸ ਖਾਲੀ ਹੱਥ ਪਰਤਣਾ ਪਿਆ ਸੀ। ਇਹਨੇ ਬਲੀ ਨੇ ਕਸੂਰ ਦੇ ਵਿੱਚ ਜਿਹੜੇ ਪਠਾਨ ਹਨ, ਅਹਿਮਦ ਸ਼ਾਹੇ ਇਨ ਕੀਓ ਖੁਆਰ। ਇਹਨਾਂ ਨੇ ਤਾਂ ਅਬਦਾਲੀ ਨੂੰ ਵੀ ਖੁਆਰ ਕੀਤਾ, ਅਬਦਾਲੀ ਨੂੰ ਵੀ ਆਪਣੇ ਨੇੜੇ ਨਹੀਂ ਲੱਗਣ ਦਿੱਤਾ। ਹਮ ਤੇ ਕਬ ਹੋਏ ਹੈ ਸੋ ਮਾਰ। ਹਰੀ ਸਿੰਘ ਜੀ, ਆਪਾਂ ਕਿੱਥੇ ਮਾਰ ਲਵਾਂਗੇ ਕਸੂਰ ਨੂੰ? ਆਪਾਂ ਕਿੱਥੇ ਕਸੂਰ ਤੇ ਜਿੱਤ ਪ੍ਰਾਪਤ ਕਰ ਲਵਾਂਗੇ? ਦੋਹਰਾ ਹਰੀ ਸਿੰਘ ਉੱਚੇ ਕਹੀ ਯਹ ਅਬ ਹੋਗ ਜ਼ਰੂਰ। ਇਹ ਸੁਣ ਕੇ ਹਰੀ ਸਿੰਘ ਜੀ ਬੋਲੇ, ਕਹਿੰਦੇ ਜੋ ਅਬਦਾਲੀ ਨਹੀਂ ਜਿੱਤ ਸਕਿਆ, ਜਿਸ ਨੂੰ ਲਾਹੌਰ ਦੇ ਨਵਾਬ ਨਹੀਂ ਜਿੱਤ ਸਕੇ, ਸੂਬੇਦਾਰ ਨਹੀਂ ਜਿੱਤ ਸਕੇ, ਹਿੰਦੁਸਤਾਨ ਦੇ ਪਾਤਸ਼ਾਹ ਤੋਂ ਵੀ ਜਿਹੜੇ ਆਕੀ ਨੇ ਕਸੂਰ ਵਾਲੇ, ਕਹਿੰਦੇ ਉਸ ਕਸੂਰ ਤੇ ਹੁਣ ਖਾਲਸਾ ਫਤਿਹ ਪ੍ਰਾਪਤ ਕਰੇਗਾ। ਹੁਣ ਇਹ ਤਾਂ ਜ਼ਰੂਰ ਹੋ ਕੇ ਰਹੇਗਾ। ਇਹਨੂੰ ਕਹਿੰਦੇ ਆ ਨਿਸ਼ਚਾ। ਜਦੋਂ ਨਿਸ਼ਚਾ ਪੱਕਾ ਹੋਵੇ ਨਾ ਬਲੀ, ਤੇ ਵੱਡੀਆਂ ਤੋਂ ਵੱਡੀਆਂ ਮੁਹਿੰਮਾਂ ਸਰ ਕੀਤੀਆਂ ਜਾ ਸਕਦੀਆਂ ਨੇ। ਜੇ ਨਿਸ਼ਚੇ ਕਮਜ਼ੋਰ ਹੋਣ ਤੇ ਤੁਹਾਡੇ ਕੋਲ ਜਿੱਡੀ ਵੱਡੀ ਮਰਜ਼ੀ ਫੌਜੀ ਤਾਕਤ ਹੋਵੇ, ਮੈਨ ਪਾਵਰ ਹੋਵੇ, ਜੇ ਨਿਸ਼ਚੇ ਕਮਜ਼ੋਰ ਹੋਣ ਤਾਂ ਤੁਸੀਂ ਛੋਟੀ ਤੋਂ ਛੋਟੀ ਮੁਹਿੰਮ ਨੂੰ ਵੀ ਸਰ ਨਹੀਂ ਕਰ ਸਕਦੇ। ਨਿਸ਼ਚੇ ਪੱਕੇ ਹੋਣ, ਭਾਵੇਂ ਤੁਹਾਡੀ ਗਿਣਤੀ ਥੋੜੀ ਹੋਵੇ, ਤੇ ਵੱਡਿਆਂ ਤੋਂ ਵੱਡੀਆਂ ਕਿਲਿਆਂ ਨੂੰ ਤੇ ਵੱਡੀਆਂ ਤੋਂ ਵੱਡੀਆਂ ਮੁਹਿੰਮਾਂ ਨੂੰ ਤੁਸੀਂ ਸਰ ਕਰ ਸਕਦੇ ਹੋ। ਹਰੀ ਸਿੰਘ ਜੀ ਕਹਿੰਦੇ ਹੁਣ ਇਹ ਤਾਂ ਜ਼ਰੂਰ ਹੋਵੇਗਾ, ਅਸੀਂ ਕਸੂਰ ਤੇ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ। ਹਰੀ ਸਿੰਘ ਤੋਂ ਮਰ ਰਹੂਗ ਜੋ ਨਹਿ ਮਰੂਗ ਕਸੂਰ। ਕਹਿੰਦੇ ਹਰੀ ਸਿੰਘ ਤਾਂ ਉੱਥੇ ਮਰ ਜਾਏਗਾ, ਸ਼ਹੀਦੀ ਪਾ ਜਾਏਗਾ ਜੇ ਕਸੂਰ ਨਾ ਜਿੱਤਿਆ। ਕਹਿੰਦੇ ਦੋਵਾਂ ਚੋਂ ਇੱਕ ਕੰਮ ਹੋਵੇਗਾ, ਜਾਂ ਕਸੂਰ ਜਿੱਤਾਂਗਾ ਜਾਂ ਫਿਰ ਉੱਥੇ ਮਰ ਕੇ ਸ਼ਹੀਦੀ ਪਾ ਜਾਵਾਂਗਾ। ਇਹਨਾਂ ਦੋਵਾਂ ਚੋਂ ਇੱਕ ਕੰਮ ਜ਼ਰੂਰ ਹੋਵੇਗਾ। ਚੌਪਈ ਤਬ ਸਭ ਖਾਲਸਾ ਯੋਂ ਕਹਿ ਦਿਆ। ਇਦਾਂ ਸਾਰੇ ਖਾਲਸੇ ਨੂੰ ਭਾਈ ਹਰੀ ਸਿੰਘ ਜੀ ਨੇ ਕਹਿ ਦਿੱਤਾ। ਤੁਮਰੇ ਸੰਗ ਕਰੈ ਹਮ ਜੀਆ। ਬਾਕੀ ਸਿੰਘਾਂ ਨੇ ਵੀ ਕਹਿ ਦਿੱਤਾ, ਹਰੀ ਸਿੰਘ ਜੀ ਜੇ ਤੁਸੀਂ ਤਿਆਰ ਹੋ ਤੇ ਫਿਰ ਅਸੀਂ ਵੀ ਤੁਹਾਡੇ ਨਾਲ ਤਿਆਰ ਹਾਂ। ਇੱਕ ਮੰਨ ਲੈ ਤੂੰ ਹਮਰੀ ਬਾਤ। ਪਰ ਇੱਕ ਗੱਲ ਤੂੰ ਸਾਡੀ ਮੰਨ ਲੈ, ਕੱਲ ਬੜੇ ਕੋ ਕਰ ਲਿਓ ਸਾਥ। ਕਿ ਆਪਾਂ ਬੁੱਢੇ ਦਲ ਨੂੰ ਵੀ ਸੱਦ ਲਈਏ, ਕਿਉਂਕਿ ਬੁੱਢਾ ਦਲ ਮਾਲਵੇ ਗਿਆ ਹੋਇਆ। ਬਾਕੀ ਜਿਹੜੀਆਂ ਮਿਸਲਾਂ ਨੇ ਪੰਥ ਦੀਆਂ 6 ਬੁੱਢੇ ਦਲ ਵਿੱਚ, ਉਹ ਇਧਰ ਮਾਲਵੇ ਵੱਲ ਗਈਆਂ ਹੋਈਆਂ ਨੇ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਵਰਗੇ ਜਰਨੈਲ, ਉਹਨਾਂ ਨੂੰ ਵੀ ਆਪਾਂ ਸੱਦਾ ਭੇਜ ਕੇ ਬੁਲਾ ਲਈਏ ਤੇ ਇਕੱਠੇ ਹੋ ਕੇ ਆਪਾਂ ਹਮਲਾ ਮਾਰਾਂਗੇ। ਹੁਣ ਆਪਾਂ ਥੋੜੇ ਆ, ਗਿਣਤੀ ਥੋੜੀ, ਅੱਧਾ ਪੰਥ ਹੈ ਤੇ ਤਰਨਾ ਦਲ ਹੀ ਹੈ ਇੱਥੇ, ਬੁੱਢਾ ਦਲ ਉੱਥੇ ਹੈ, 5 ਮਿਸਲਾਂ ਇੱਥੇ ਨੇ, 6 ਉਧਰ ਨੇ। ਤੇ ਜੇ ਆਪਾਂ ਸਾਰੇ ਦਲ ਨੂੰ ਇਕੱਠਾ ਕਰ ਲਈਏ ਫਿਰ ਹਮਲਾ ਕਰੀਏ। ਹਰੀ ਸਿੰਘ ਨੇ ਯੋਂ ਫਿਰ ਕਹਿਓ। ਹਰੀ ਸਿੰਘ ਜੀ ਅੱਗੋਂ ਫਿਰ ਬੋਲੇ, ਕਬ ਦਲ ਆਇਓ ਵੱਡ ਕਬ ਯੋਂ ਭਇਓ। ਕਹਿਣ ਲੱਗੇ ਖਾਲਸਾ ਜੀ ਕਦੋਂ ਦਲ ਪਹੁੰਚਿਆ ਤੇ ਕਦੋਂ ਆਪਾਂ ਹਮਲਾ ਕੀਤਾ। ਜੇ ਉਹਨਾਂ ਦੀ ਉਡੀਕਾਂਗੇ ਇੰਨੇ ਨੂੰ ਕਸੂਰ ਖਬਰ ਪਹੁੰਚ ਜਾਣੀ ਹੈ ਵੀ ਸਿੰਘ ਹਮਲਾ ਕਰਨ ਆਉਣ ਲੱਗੇ ਆ, ਉਹ ਪਹਿਲਾਂ ਤਿਆਰੀ ਕਰਕੇ ਬਹਿ ਜਾਣਗੇ, ਫਿਰ ਹਮਲਾ ਕਰਨਾ ਔਖਾ ਹੋਵੇਗਾ। ਇਸ ਕਰਕੇ ਕਦੋਂ ਦਲ ਆਇਆ ਤੇ ਕਦੋਂ ਹਮਲਾ ਬੋਲਿਆ।
ਬੋਲਿਓ ਚੜ ਸਿੰਘ ਹੱਥ ਰੱਖ ਸ਼ਮਸ਼ੇਰ। ਹਰੀ ਸਿੰਘ ਜੀ ਉੱਠ ਖਲੋਤੇ ਤੇ ਕਿਰਪਾਨ ਦੇ ਕਬਜੇ ਨੂੰ ਮੁੱਠੇ ਨੂੰ ਹੱਥ ਪਾ ਲਿਆ। ਮਾਰੋ ਕਸੂਰ ਨ ਲਾਵੋ ਡੇਰ। ਕਹਿੰਦੇ ਦੇਰੀ ਨਹੀਂ ਲਾਵਾਂਗਾ, ਢੇਰ ਵਿਛਾ ਦਿਆਂਗਾ, ਕਸੂਰੀਆਂ ਨੂੰ ਮਾਰ ਮਾਰ ਕੇ ਸਥਰ ਵਿਛਾ ਦਿਆਂਗਾ। ਸਤਿਗੁਰ ਬਹਾਨਾ ਜੇ ਹੋਗ ਬਣਾਇਆ। ਕਹਿੰਦੇ ਗੁਰੂ ਪਾਤਸ਼ਾਹ ਨੇ ਬਹਾਨਾ ਬਣਾਇਆ, ਜੇ ਮਹਾਰਾਜ ਜੀ ਨੇ ਬਹਾਨਾ ਬਣਾਇਆ ਹੋਇਆ। ਹਮ ਪੈ ਬਾਹਮਣ ਜੋ ਹੋਗ ਪੁਚਾਇਆ। ਕਹਿੰਦੇ ਬ੍ਰਾਹਮਣ ਬੈਠਿਆਂ ਦੇ ਕੋਲ ਭੇਜ ਦਿੱਤਾ ਹੈ, ਗੁਰੂ ਸਾਹਿਬ ਨੇ ਫਤਿਹ ਭੇਜੀ ਆ, ਬਾਹਮਣ ਨਹੀਂ ਆਇਆ ਏ। ਇਹ ਤਾਂ ਮਹਾਰਾਜ ਜੀ ਨੇ ਬਹਾਨਾ ਬਣਾ ਕੇ ਸਾਡੇ ਕੋਲ ਭੇਜ ਦਿੱਤਾ ਬਾਹਮਣ ਦਾ। ਦਰਅਸਲ ਕਲਗੀਧਰ ਜੀ ਸਾਡੀ ਫਤਿਹ ਚਾਹੁੰਦੇ ਆ, ਆਪਾਂ ਬਸ ਕਸੂਰ ਤੇ ਹਮਲਾ ਕਰੀਏ ਤੇ ਫਤਿਹ ਸਾਡੀ ਹੋਵੇਗੀ। ਲਿਹੋ ਦਰਬਾਰੇ ਗ੍ਰੰਥ ਆਵਾਜ਼। ਕਹਿਣ ਲੱਗੇ ਚਲੋ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਲੈ ਲਓ, ਜੇ ਇਦਾਂ ਗੱਲ ਹੈ ਤਾਂ। ਇਹ ਵੀ ਫੈਸਲਾ ਹੋਇਆ। ਸਿੰਘ ਕਹਿੰਦੇ ਹਰੀ ਸਿੰਘ ਜੀ ਸਾਰਾ ਪੰਥ ਇਕੱਠਾ ਸੀ, 5 ਮਿਸਲਾਂ ਸੀ। ਕਹਿੰਦੇ ਜੇ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਜਾਂ ਗੁਰੂ ਸਾਹਿਬ ਦੀ ਆਗਿਆ ਲਈਏ, ਕਹਿੰਦੇ ਆਗਿਆ ਲੈ ਲਓ, ਹੁਕਮਨਾਮਾ ਲੈ ਲਓ ਸਤਿਗੁਰਾਂ ਦਾ ਵੀ ਸਤਿਗੁਰੂ ਜੀ ਕੀ ਕਹਿੰਦੇ ਹਨ। ਦਿਓਗ ਬਚਨ ਹੋਣ ਕਾਜ ਅਕਾਜ। ਸਾਡਾ ਇਹ ਕਾਰਜ ਹੋਵੇਗਾ ਕਿ ਨਹੀਂ ਹੋਵੇਗਾ, ਇਹਦੇ ਲਈ ਗੁਰੂ ਸਾਹਿਬ ਜੀ ਦਾ ਮੁੱਖ ਵਾਕ ਲਵਾਂਗੇ, ਹੁਕਮਨਾਮਾ ਲਵਾਂਗੇ ਤੇ ਪਤਾ ਲੱਗ ਜਾਏਗਾ। ਹਾਂਜੀ, ਸਰਬ ਕਨਈਨ ਕੈ ਦਿਲ ਆਈ। ਜਿਹੜੇ ਕਨਈਏ ਸਨ ਉਹਨਾਂ ਦੇ ਦਿਲਾਂ ਵਿੱਚ ਆਈ ਇਹ ਗੱਲ। ਰਾਮ ਗੜੀਆਂ ਕੈ ਭੀ ਮਨ ਭਾਈ। ਰਾਮ ਗੜੀਆਂ ਨੇ ਵੀ ਹਾਮੀ ਭਰ ਦਿੱਤੀ, ਕਹਿੰਦੇ ਜੀ ਹਾਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਆਵਾਜ਼ਾ ਲਵੋ। ਨਕਈਨ ਨੇ ਭੀ ਆਛੀ ਮਾਨੀ। ਨਕਈ ਜਿਹੜੇ ਸਨ ਉਹਨਾਂ ਵੀ ਕਹਿ ਦਿੱਤਾ ਜੀ ਬਿਲਕੁਲ ਸਹੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਹੁਕਮਨਾਮਾ ਦੇਣਗੇ ਉਹਦੇ ਤੇ ਹੀ ਚੱਲਾਂਗੇ। ਕਰਨ ਹਾਰਿਓ ਕਰਨੀ ਠਾਨੀ। ਕਹਿੰਦੇ ਕਰਨ ਹਾਰਿਆਂ ਨੇ ਇਹ ਕਰਨੀ ਠਾਣ ਲਈ, ਇਦਾਂ ਹੀ ਕਰੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਲਈਏ। ਦੋਹਰਾ ਸਬੈ ਕਹੇ ਖਾਲਸੋ ਰਲ ਤੁਰਿਓ ਲੈਣ ਗ੍ਰੰਥ ਆਵਾਜ਼। ਸਾਰੇ ਸਿੰਘ ਇਕੱਤਰ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਣ ਲਈ ਚੱਲ ਪਏ। ਜੋ ਹੋਨੋ ਸੋ ਕਹੈ ਗੋ ਫਤਿਹ ਅਫਤਿਹ ਸੋ ਕਾਜ। ਕਹਿੰਦੇ ਜੋ ਹੋਣਾ ਹੋਵੇਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ। ਫਤਿਹ ਹੋਣੀ ਹੈ ਤਾਂ, ਜੇ ਫਤਿਹ ਨਹੀਂ ਹੋਣੀ ਤਾਂ। ਦੋਵੇਂ ਮਹਾਰਾਜ ਜੀ ਨੇ ਸਾਨੂੰ ਬਚਨ ਸੁਣਾ ਦੇਣੇ ਹਨ। ਜਾ ਪਈ ਤਬ ਸਭ ਖਾਲਸੋ ਗਇਓ ਦਰਬਾਰ। ਸਮੁੱਚਾ ਖਾਲਸਾ ਦਰਬਾਰ ਸਾਹਿਬ ਹਾਜ਼ਰ ਹੋਇਆ, ਜਿੰਨੇ ਜਥੇਦਾਰ ਸਨ ਹਾਜ਼ਰ ਹੋਏ। ਹੱਥ ਜੋੜ ਸਭ ਇੱਕ ਮਨ ਧਾਰ। ਹੱਥ ਜੋੜ ਕੇ ਸਾਰਿਆਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸਾ ਕੀਤਾ। ਤੀਜੈ ਵਾਕ ਜੋ ਕਰਨਾ ਹੋਈ। ਅਰਦਾਸ ਕੀਤੀ, ਮਹਾਰਾਜ ਖਾਲਸਾ ਕਸੂਰ ਤੇ ਹਮਲਾ ਕਰਨਾ ਚਾਹੁੰਦਾ, ਪੰਥ 'ਚ ਦੁਚਿੱਤੀ ਹੈ, ਆਪ ਜੀ ਕਿਰਪਾ ਕਰਕੇ ਮੁੱਖ ਵਾਕ ਬਖਸ਼ ਕੇ ਦੁਚਿੱਤੀ ਚੋਂ ਕੱਢੋ, ਸਾਨੂੰ ਭਰਮ ਚੋਂ ਕੱਢੋ ਕਿ ਹੱਲਾ ਬੋਲੀਏ ਕਿ ਨਾ ਬੋਲੀਏ। ਮਹਾਰਾਜ ਜੀ ਮੁੱਖ ਵਾਕ ਬਖਸ਼ੋ, ਹੁਕਮਨਾਮੇ ਬਖਸ਼ੋ, ਹੁਕਮਨਾਮਿਆਂ ਤੇ ਚੱਲਣ ਦੀ ਬਲ ਤਾਕਤ ਬਖਸ਼ੋ। ਏਦਾਂ ਜਦੋਂ ਪੰਥ ਨੇ ਅਰਦਾਸ ਕੀਤੀ, ਤੂੰ ਸਤਿਗੁਰ ਹਮ ਹੈ ਸਿੱਖ ਤੋਈ। ਮਹਾਰਾਜ ਜੀ ਤੁਸੀਂ ਸਾਡੇ ਸਤਿਗੁਰੂ ਹੋ, ਪ੍ਰਗਟ ਗੁਰਾਂ ਕੀ ਦੇਹ ਹੋ, ਔਰ ਅਸੀਂ ਤੁਹਾਡੇ ਸਾਰੇ ਸਿੱਖ ਹਾਂ। ਕਸੂਰ ਮਾਰਨ ਕੀ ਦੀਜੈ ਆਵਾਜ਼। ਆਗਿਆ ਕਰੋ ਮਹਾਰਾਜ ਜੀ ਕਿ ਕਸੂਰ ਤੇ ਹਮਲਾ ਕਰੀਏ ਜਾਂ ਨਾ ਕਰੀਏ। ਐ ਜੋ ਕਰਨੋ ਸਿੱਖਣ ਕਾਜ। ਮਹਾਰਾਜ ਸਾਡੇ ਕਾਰਜ ਤਾਂ ਤੁਸੀਂ ਕਰਨੇ ਆ ਸਤਿਗੁਰੂ ਜੀ, ਤੁਹਾਡੇ ਬਿਨਾ ਕਿਹੜਾ ਸਾਡੇ ਕਾਰਜ ਸਵਾਰਨ ਵਾਲਾ। ਹੱਥ ਜੋੜ ਸਭ ਸੰਗਤ ਖੜੀ। ਏਦਾਂ ਸਾਰੀ ਸੰਗਤ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨਮੁਖ ਹੈ। ਏਕ ਮਤੇ ਕਿਛ ਭੋਏ ਪਰ ਪੜੀ। ਔਰ ਮੱਥਾ ਟੇਕ ਕੇ ਸਾਰੇ ਜ਼ਮੀਨ ਦੇ ਉੱਤੇ ਸੱਜ ਗਏ। ਗੁਰੂ ਗ੍ਰੰਥ ਸਹੀ ਹੈ ਦੇਹ। ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹੈ। ਇਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਵੇਗਾ, ਇਹ ਕਲਗੀਧਰ ਦਾ ਹੁਕਮ ਹੋਵੇਗਾ, ਗੁਰੂ ਨਾਨਕ ਸਾਹਿਬ ਦਾ ਹੁਕਮ ਹੋਵੇਗਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹੈ। ਸਿੱਖ ਸੰਗਤ ਕੋ ਸੱਚ ਵਾਕ ਦੇਹੋ। ਮਹਾਰਾਜ ਜੀ ਕਿਰਪਾ ਕਰੋ, ਸਾਰੀ ਸਿੱਖ ਸੰਗਤ ਨੂੰ ਆਪਣਾ ਸੱਚਾ ਵਾਕ ਪ੍ਰਦਾਨ ਕਰੋ। ਚੱਕ ਪੱਤਰੋ ਤਬ ਗ੍ਰੰਥ ਜੀ ਦੇਖਾ। ਇੱਕ ਸਿੰਘ ਨੇ ਪ੍ਰਕਾਸ਼ ਮਹਾਰਾਜ ਜੀ ਦਾ ਸਵਰੂਪ ਪ੍ਰਕਾਸ਼ ਸੀ, ਮੰਗਲ ਕਰਕੇ ਮਹਾਰਾਜ ਜੀ ਦੇ ਪਾਵਨ ਅੰਗ ਜਿਹੜੇ ਹਨ ਉਹ ਪਰਤ ਕੇ ਸ੍ਰੀ ਮੁਖ ਵਾਕ ਲਿਆ। ਬਸੰਤ ਵਾਰ ਕੋ ਆਇਓ ਲੇਖਾ। ਤੇ ਖਾਲਸਾ ਜੀ ਮੁਖ ਵਾਕ ਦੇ ਵਿੱਚ ਬਸੰਤ ਦੀ ਵਾਰ ਦੀ ਪੌੜੀ ਆਈ। ਉਹ ਪੌੜੀ ਕਿਹੜੀ ਸੀ ਜਿਹੜੀ ਸਿੰਘ ਨੇ ਪੜ੍ਹੀ ਆ? ਸੁਣੋ ਭਾਈ। ਪੌੜੀ ਪੰਜੇ ਬੱਦੇ ਮਾਹਵਲੀ ਕਰ ਸੱਚਾ ਢੋਆ। ਬਸੰਤ ਕੀ ਵਾਰ ਮਹੱਲ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ ਇਹ ਪਾਵਨ ਉਚਾਰਨ ਕੀਤੀ ਵਾਰ ਦੇ ਵਿੱਚੋਂ ਪੌੜੀ ਪੜ੍ਹੀ ਹੈ ਸਿੰਘ ਨੇ। ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ।
ਸੱਚੇ ਦਾ ਆਸਰਾ ਲੈ ਕੇ, ਸੱਚੇ ਦੀ ਟੇਕ ਲੈ ਕੇ, ਜਿਹੜੇ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਬੜੇ ਬਲੀ ਨੇ, ਇਹਨਾਂ ਬਲੀਆਂ ਨੂੰ, ਮਹਾਬਲੀਆਂ ਨੂੰ ਸੱਚ ਦਾ ਆਸਰਾ ਲੈ ਕੇ ਗੁਰਸਿੱਖਾਂ ਨੇ, ਗੁਰੂ ਨੇ ਬੰਨ ਲਿਆ ਹੈ। ਬਸ ਫਿਰ ਤਾਂ ਸੰਕੇਤ ਹੋ ਗਿਆ ਵੀ ਇਹ ਕਾਬੂ ਆ ਗਏ ਪੰਜੇ ਮਹਾਬਲੀ। ਸਿੰਘਾਂ ਨੇ ਸੰਕੇਤ ਲੈ ਲਿਆ ਵੀ ਜਿਹੜਾ ਕਸੂਰ ਮਹਾਬਲੀ ਦੱਸਿਆ ਜਾਂਦਾ ਇਹ ਵੀ ਖਾਲਸੇ ਦੇ ਕਾਬੂ ਆ ਜਾਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਹੈ। ਸਤਿ ਸ੍ਰੀ ਅਕਾਲ। ਖਾਲਸਾ ਜੀ ਨਿਸ਼ਚਾ ਕਰਕੇ ਮਹਾਰਾਜ ਜੀ ਦਾ ਆਸਰਾ ਲਈਏ ਨਾ, ਜੋ ਮੁਖ ਵਾਕ ਸਤਿਗੁਰੂ ਬਖਸ਼ ਦਿੰਦੇ ਆ, ਫੈਸਲਾ ਉਹਦੇ ਚ ਆ ਜਾਂਦਾ ਹੈ। ਪੰਥ ਨੇ ਬੇਨਤੀ ਕੀਤੀ, ਮਹਾਰਾਜ ਜੀ ਨੇ ਫੈਸਲਾ ਦੇ ਦਿੱਤਾ, ਖਾਲਸੇ ਨੂੰ ਸੰਕੇਤ ਦੇ ਦਿੱਤਾ ਕਿ ਖਾਲਸਾ ਜਿੱਤੇਗਾ, ਕਸੂਰ ਤੇ ਫਤਿਹ ਪ੍ਰਾਪਤ ਕਰੇਗਾ। ਇਹ ਹੁਕਮਨਾਮਾ ਆਇਆ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਸੱਚੇ ਦਾ ਢੋਆ ਆਸਰਾ ਜਿਹੜਾ ਲਿਆ, ਉਹਨਾਂ ਪੰਜੇ ਮਹਾਵਿਕਾਰ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਬੰਨ ਕੇ ਆਪਣੇ ਕਾਬੂ ਕਰ ਲਿਆ। ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਦਈਓ ਦਾ ਮਤਲਬ ਹੁੰਦਾ ਪ੍ਰੇਰਕ ਨਿਯੰਤਾ, ਜਿਨ੍ਹਾਂ ਦੇ ਸਹਿਬ ਅੰਦਰ ਆਪ ਸਾਖੀ ਰੂਪ ਹੋ ਕੇ ਵਰਤ ਗਏ। ਰੋਗ ਸੋਗ ਆਪਣੇ ਚਰਨ ਜਪਾਏ, ਉਹਨਾਂ ਨੂੰ ਆਪਣੇ ਚਰਨਾਂ ਦੇ ਜਪਣ ਦਾ ਪਾਤਸ਼ਾਹ ਨੇ ਬਲ ਬਖਸ਼ ਦਿੱਤਾ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਉਹਨਾਂ ਦੇ ਮਨ ਤਨ ਦੇ ਰੋਗ ਤੇ ਸੋਗ ਮਿਟ ਗਏ, ਉਹ ਨਿਤ ਨਵੇਂ ਤੇ ਨਰੋਏ ਹੋ ਗਏ। ਤਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨ ਮੋਆ। ਜਿਹੜੇ ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ, ਉਹ ਫਿਰ ਮੁੜ ਕੇ ਕਦੇ ਨਹੀਂ ਮਰਦੇ। ਉਹਨਾਂ ਨੂੰ ਕਦੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਣਾ ਪੈਂਦਾ। ਇਹ ਮੁੱਖ ਵਾਕ ਆਇਆ। ਦੋਹਰਾ ਗ੍ਰੰਥ ਬਚਨ ਸੁਨ ਖੁਸ਼ ਭਏ, ਲਈ ਕਸੂਰ ਜਨ ਮਾਰ। ਕਹਿੰਦੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਖਾਲਸੇ ਨੇ ਸੁਣੇ, ਏਦਾਂ ਖੁਸ਼ੀ ਦੀ ਲਹਿਰ ਦੌੜੀ। ਕਹਿੰਦੇ ਮਾਨੋ ਜਿਵੇਂ ਪੰਥ ਨੇ ਕਸੂਰ ਹੁਣੇ ਹੀ ਜਿੱਤ ਲਈ ਆ, ਹੁਣੇ ਹੀ ਕਸੂਰ ਤੇ ਫਤਿਹ ਪ੍ਰਾਪਤ ਕਰ ਲਈ। ਇੰਨਾ ਨਿਸ਼ਚਾ ਸਤਿਗੁਰਾਂ ਤੇ ਭਰੋਸਾ। ਇਹ ਨਹੀਂ ਸੀ ਵੇਖਿਆ ਕਿ ਅਸੀਂ 13,000 ਆ ਤੇ ਕਸੂਰ ਵਿੱਚ 12 ਲੱਖ ਬੰਦੇ ਨੇ, ਉਹਨਾਂ ਤੇ 13,000 ਕਿਵੇਂ ਜਿੱਤਣਗੇ, ਇਹ ਨਹੀਂ ਸੋਚਿਆ। ਬਸ ਇਹ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਨੇ ਬਚਨ ਬਖਸ਼ ਦਿੱਤੇ ਨੇ, ਹੁਣ ਅਵਸ਼ ਖਾਲਸੇ ਦੀ ਫਤਿਹ ਹੋਵੇਗੀ। ਕਹਿੰਦੇ ਇੰਨੀ ਖੁਸ਼ੀ ਮਨਾਈ ਸਿੰਘਾਂ ਨੇ, ਮਾਨੋ ਜਿਵੇਂ ਹੁਣੇ ਹੀ ਕਸੂਰ ਜਿੱਤ ਲਿਆ ਹੋਵੇ। ਕਰੈ ਨਗਾਰੈ ਜੈਤ ਕੇ, ਗੁਰ ਫਤਿਹ ਸੋ ਊਚ ਉਚਾਰ। ਜਿੱਤ ਦੇ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ ਸਿੰਘਾਂ ਨੇ ਹੁਣੇ ਹੀ। ਕਹਿੰਦੇ ਵਜਾਓ ਵੀ ਜਿੱਤ ਦੇ ਨਗਾਰੇ ਵਜਾਓ, ਜਿੱਤ ਦੇ ਨਿਸ਼ਾਨ ਝੁਲਾਓ। ਤੇ ਨਾਲੇ ਅਕਾਲ ਹੀ ਅਕਾਲ ਤੇ ਜੈ ਜੈਕਾਰ ਦੇ ਨਾਦ ਗੁਜਾਣ ਲੱਗੇ। ਜੋ ਪਈ ਹਰੀ ਸਿੰਘ ਕਿਮ ਬਾਤ ਬਿਤਾਈ। ਕਹਿੰਦੇ ਏਦਾਂ ਹਰੀ ਸਿੰਘ ਨੇ ਕਿਸੇ ਤਰੀਕੇ ਰਾਤ ਬਤੀਤ ਕੀਤੀ। ਤੇਰਾ ਦੀਨੋ ਪ੍ਰਾਤ ਚਲਾਈ। ਹਰੀ ਸਿੰਘ ਕੋਲੋਂ ਤਾਂ ਰਾਤ ਵੀ ਨਹੀਂ ਸੀ ਕੱਟੀ ਜਾਂਦੀ, ਇੰਨੇ ਕਾਲੇ ਪਏ ਹੋਏ ਵੀ ਹੁਣੇ ਹੀ ਹੱਲਾ ਬੋਲ ਦੀਏ ਜਾ ਕੇ। ਕਹਿੰਦੇ ਜਾਗੋ ਮਿੱਟੀ 'ਚ ਰਾਤ ਬਤੀਤ ਕੀਤੀ, ਹਾਲੇ ਸਵੇਰੇ ਲੋ ਨਹੀਂ ਸੀ ਲੱਗੀ। ਦਿਨ ਚੜਨ ਤੋਂ ਪਹਿਲਾਂ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਕੇ ਜਥੇਦਾਰ ਹਰੀ ਸਿੰਘ ਨੇ ਆਪਣੇ ਜਥੇ ਸਮੇਤ ਹੱਲਾ ਬੋਲ ਦਿੱਤਾ। ਮਹੂਰਤ ਵਾਰ ਨਾ ਪੁੱਛਿਓ ਕੋਈ। ਨਾ ਕਿਸੇ ਮਹੂਰਤ ਕੱਢਿਆ, ਨਾ ਕਿਸੇ ਵਾਰ ਪੁੱਛਿਆ, ਨਾ ਕਿਸੇ ਬਾਹਮਣ ਨੂੰ ਆਖਿਆ ਵੇਖ ਗਣੇਸ਼ ਬਣਾ। ਲੋਕ ਕਰਦੇ ਆ ਨਾ, ਜਦੋਂ ਹਮਲਾ ਕਰਨ ਵੇਲੇ ਵੇਖਦੇ ਆ, ਪਹਿਲਾਂ ਮਹੂਰਤ ਕੱਢੋ ਜੀ, ਪਹਿਲਾਂ ਵਾਰ ਵੇਖੋ ਜੀ, ਫਿਰ ਤਿੱਥ ਵੇਖੋ ਜੀ। ਖਾਲਸਾ ਨਹੀਂ ਮਨਾਉਂਦਾ ਏਦਾਂ ਦੀਆਂ ਚੀਜ਼ਾਂ ਨੂੰ। ਖਾਲਸਾ ਦਾ ਗੁਰੂ ਅੱਗੇ ਅਰਦਾਸ ਕਰਕੇ ਟੁਰ ਪੈਂਦਾ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਆ। ਉਹਨੂੰ ਤੇ ਗੁਰੂ ਦਾ ਭਰੋਸਾ ਹੈ। ਗ੍ਰੰਥ ਵਾਕ ਉਹਨੇ ਸੁਣਿਓ ਹੋਏ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕ ਸੁਣ ਹੀ ਲਏ ਸਨ, ਇਸ ਕਰਕੇ ਖਾਲਸੇ ਨੇ ਕੋਈ ਤਿੱਥ ਮਹੂਰਤ ਵਾਰ ਨਹੀਂ ਘੜਿਆ। ਪਹਿਲੋਂ ਪਿਪਲੀ ਕੀਨੋ ਡੇਰਾ। ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਹਰੀ ਸਿੰਘ ਤੇ ਸਮੁੱਚੇ ਖਾਲਸੇ ਨੇ ਪਹਿਲਾਂ ਪਿਪਲੀ ਸਾਹਿਬ ਜਾ ਕੇ ਡੇਰਾ ਕੀਤਾ। ਪਿਪਲੀ ਸਾਹਿਬ ਮਹਾਰਾਜ ਜੀ ਦਾ ਪਾਵਨ ਸਥਾਨ, ਜਿੱਥੇ ਜੰਗ ਜਿੱਤ ਕੇ ਗੁਰੂ ਹਰਗੋਬਿੰਦ ਸਾਹਿਬ ਬਿਰਾਜੇ, ਪੰਜਵੇਂ ਪਾਤਸ਼ਾਹ ਚਰਨ ਪਾਏ। ਪਿਪਲੀ ਸਾਹਿਬ ਜਾ ਕੇ ਮਹਾਰਾਜ ਜੀ ਦੇ ਸਮੁੱਚੇ ਪੰਥ ਨੇ ਡੇਰਾ ਕੀਤਾ। 5000 ਭਲ ਸਿੰਘ ਚੰਗੇਰਾ। 5000 ਜਿਹੜੇ ਚੰਗੇ ਚੰਗੇ ਸੂਰਮੇ ਯੋਧੇ ਸਨ, ਆਏ ਰਲੀ ਉਹਾਂ ਮਿਸਲਾਂ ਚਾਰ। ਕਹਿੰਦੇ ਉਹ ਹਰੀ ਸਿੰਘ ਦੇ ਨਾਲ ਨੇ ਤੇ 4 ਮਿਸਲਾਂ ਦੇ ਸਿੰਘ ਵੀ ਇੱਥੇ ਆਣ ਇਕੱਤਰ ਹੋਏ। ਖਾਸ ਘੋੜਾ ਥਾ 10,000। ਕਹਿੰਦੇ ਤਕਰੀਬਨ ਸਿੰਘ ਹੋਰ ਇਕੱਠੇ ਹੋ ਗਏ। ਪਹਿਲੇ ਦਿਨ ਜਦੋਂ ਵਿਚਾਰ ਕੀਤੀ ਤੇ 13,000 ਸੀ,
5000 ਹਰੀ ਸਿੰਘ ਕੋਲ, 8000 ਬਾਕੀਆਂ ਕੋਲ। ਇੱਥੇ ਆਉਂਦਿਆਂ ਕਹਿੰਦੇ ਉਹ 8 ਦੇ ਜਿਹੜੇ ਸਿੰਘ ਸੀ ਉਹ 10000 ਘੋੜ ਸਵਾਰ ਹੋ ਗਏ। ਲਿਖ ਚਿੱਠੇ ਚਾਰ ਤਰਫ ਕਲਾਏ, ਚਿੱਠੀਆਂ ਭੇਜ ਦਿੱਤੀਆਂ ਮਾਝੇ ਦੁਆਬੇ ਵਿੱਚ, ਨਾਲ ਹੀ ਹੱਲੇ ਦੇ ਨਾਲ ਛੇਤੀ ਛੇਤੀ ਬ੍ਰਹਮ ਕਾਜ ਕੋ ਹਮ ਚੜਤਾਏ। ਆਖਿਆ ਖਾਲਸੇ ਦੇ ਕਾਰਜ ਵਾਸਤੇ ਚੱਲਿਆ। ਬ੍ਰਾਹਮਣ ਦੀ ਪੁਕਾਰ ਸੁਣ ਕੇ ਖਾਲਸਾ ਕਸੂਰ ਤੇ ਹੱਲਾ ਬੋਲਣ ਚੱਲਿਆ। ਜਿਸ ਕੋ ਹੈ ਖਾਲਸੋ ਕੀ ਲਾਜ, ਹੁਣ ਖਾਲਸੇ ਨੂੰ ਲਾਜ ਆ, ਇਸ ਕਰਕੇ ਆਪ ਸਾਰਾ ਖਾਲਸਾ ਆਣ ਕੇ ਇਕੱਤਰ ਹੋ ਜਾਓ। ਆਵੋ ਮਰਨੋ ਮਾਰਨ ਕਾਜ, ਜਿਹਨਾਂ ਮਰਨਾ ਤੇ ਮਾਰਨਾ ਉਹੀ ਆਇਓ, ਜਿਨ੍ਹਾਂ ਨੂੰ ਜਿੰਦ ਪਿਆਰੀ ਆ ਘਰੇ ਰਹੋ। ਕਿਉਂ ਲਿਖ ਦੀਨੋ ਡੇਰੋ ਤੇਰ, ਏਦਾਂ ਕਹਿੰਦੇ ਡੇਰੇ ਭੇਜ ਦਿੱਤੇ, ਚਿੱਠੀਆਂ ਭੇਜ ਦਿੱਤੀਆਂ। ਗੁਰੂ ਵਡਾਲੀ ਲਾਇਓ ਠੌਰ, ਪਿਪਲੀ ਸਾਹਿਬ ਤੋਂ ਚੱਲ ਕੇ ਪੰਥ ਨੇ ਵਡਾਲੀ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਸਥਾਨ ਤੇ ਆ ਕੇ ਡੇਰਾ ਪਾ ਲਿਆ, ਗੁਰੂ ਕੀ ਵਡਾਲੀ। ਇੱਥੇ ਪੰਥ ਨੇ ਆ ਕੇ, ਕਿਉਂਕਿ ਸਿੰਘ ਇਕੱਠੇ ਕਰਨੇ ਸਨ, ਸਿੰਘਾਂ ਨੂੰ ਆਪਣੇ ਨਾਲ ਜੋੜਨਾ ਸੀ, ਹੋਰ ਫੌਜ ਇਕੱਠੀ ਕਰਨੀ ਸੀ। ਉਹਾਂ 1000 ਆਏ ਪੰਜ ਘੋਰਲੇ, ਕਹਿੰਦੇ 5000 ਸਿੰਘ ਇੱਥੇ ਗੁਰੂ ਕੀ ਵਡਾਲੀ ਆ ਕੇ ਪੰਥ ਨਾਲ ਹੋਰ ਰਲ ਗਏ। ਸਿੰਘ ਸੂਰਮੇ ਦਿਲ ਕੇ ਭਲੇ, ਉਹ ਸਿੰਘ ਆਏ ਜਿਹੜੇ ਸੂਰਮੇ ਸਨ, ਦਿਲ ਦੇ ਭਲੇ ਯੋਧੇ ਸਿੰਘ ਸਨ। ਦੋਹਰਾ ਡੇਰਾ ਤੋਰ ਉਹਾਂ ਤੇ ਫਿਰ ਉਤਰੇ ਰਾਜੇ ਤਾਲ, ਕਹਿੰਦੇ ਗੁਰੂ ਕੀ ਵਡਾਲੀ ਤੋਂ ਡੇਰਾ ਤੋਰਿਆ ਤੇ ਰਾਜੇ ਕੇ ਤਾਲ ਆਣ ਕੇ ਖਾਲਸੇ ਨੇ ਪੜਾ ਕਰ ਲਿਆ। 1004 ਕੋ ਆਰਲੇ ਭਏ ਸੁਖਾਲਸੇ ਨਾਲ, ਇੱਥੇ ਆਏ 4000 ਸਿੰਘ ਇੱਥੇ ਆਣ ਕੇ ਰਲ ਗਏ। ਏਦਾਂ ਫੌਜਾਂ ਹੋਰ ਵੱਧ ਗਈਆਂ, ਪੰਥ ਵਿੱਚ ਵਾਧਾ ਹੋ ਗਿਆ। ਚੌਪਈ 1024 ਸਭ ਉਹਾਂ ਗਿਨੇ, ਕੁੱਲ ਗਿਣਤੀ ਰਾਜੇ ਤਾਲ ਆਉਂਦਿਆਂ ਖਾਲਸੇ ਦੀ 24000 ਹੋ ਗਈ। ਚੱਲੇ ਸੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਅਰਦਾਸਾਂ ਕਰਕੇ ਤੇ 13000 ਸੀ। 11000 ਸਿੰਘ ਹੋਰ ਆਣ ਰਲੇ ਨਾਲ, ਏਦਾਂ 24000 ਸਿੰਘ ਇਕੱਤਰ ਹੋ ਗਏ। 12 ਲੱਖ ਤੇ ਉਹਾਂ ਮਿਨੇ, ਹੁਣ 24000 ਇਧਰੋਂ ਖਾਲਸਾ ਤੇ ਉਧਰ 12 ਲੱਖ ਹੈ। ਕਿੰਨੀ ਫੌਜ ਆ? 12 ਲੱਖ। ਇੱਕ ਹਿੱਸਾ ਵੀ ਫੌਜ ਨਹੀਂ ਖਾਲਸੇ ਦੀ। ਇਧਰ 24000, ਉਧਰ 12 ਲੱਖ ਤੁਰਕ ਹਨ। ਇਨਮੇ ਉਨਮੇ ਥੋ ਵੱਡ ਫਰਕ, ਬੜਾ ਵੱਡਾ ਫਰਕ ਸੀ ਇਧਰ ਤੇ ਉਧਰ। ਕਿਉਂ ਸਿਆਣੇ ਲੋਕਨ ਜਿਉ ਧਰਕ, ਕਈ ਜਿਹੜੇ ਸਨ ਉਹਨਾਂ ਦੇ ਹਿਰਦੇ ਧੜਕਦੇ ਹਨ ਵੀ ਇਹ ਕਿੱਦਾਂ ਹੋਵੇਗਾ। ਹਰੀ ਸਿੰਘ ਤੋਂ ਮਿਟੈ ਨਾ ਕਿਵੈ, ਕਹਿੰਦੇ ਕਈ ਸਿੰਘ ਕਹਿੰਦੇ ਕੁਝ ਨਹੀਂ ਹੁੰਦਾ, ਮਹਾਰਾਜ ਜੀ ਦੇ ਬਚਨ ਨੇ, ਅਸੀਂ ਤਾਂ ਜਿੱਤਾਂਗੇ ਜ਼ਰੂਰ। ਉਸ ਜੀਵਤ ਰਾਵੈ ਚੜ ਸਿੰਘ ਤਿਮੈ, ਚੜਤ ਸਿੰਘ ਲਾਗੇ ਹੌਸਲਾ ਦਿੰਦਾ, ਸ਼ੁਕਰ ਚੱਕੀਆ, ਕਹਿੰਦਾ ਖਾਲਸਾ ਜੀ ਫਿਕਰ ਨਾ ਕਰੋ, ਖਾਲਸੇ ਦੀ ਜਿੱਤ ਹੋਈ ਸਮਝੋ। ਜੋ ਫੌਜਨ ਵੱਲ ਦੇਖਣ ਕੂਰੇ, ਕਹਿੰਦੇ ਜਿਹੜੇ ਥੋੜੇ ਜੇ ਘੱਟ ਦਿਲਾਂ ਵਾਲੇ, ਸਾਰੀਆਂ ਫੌਜਾਂ ਤੇ ਕਈ ਤਰ੍ਹਾਂ ਦੀਆਂ ਹੁੰਦੀਆਂ, ਕਈ ਰੰਗਾਂ ਦੇ। ਕੁਝ ਜਿਹੜੇ ਸੂਰਮੇ ਨੇ ਉਹ ਨਹੀਂ ਪੈ ਰੱਖਦੇ, ਜਿਨ੍ਹਾਂ ਦੇ ਥੋੜੇ ਜੇ ਘੱਟ ਦਿਲ ਨੇ ਉਹ ਸੋਚਾਂ ਸੋਚਦੇ ਨੇ। ਕਹੈ ਮਾਰ ਕਬ ਹੋਗ ਕਸੂਰੇ, ਕਹਿੰਦੇ ਕਿੱਥੇ ਕਸੂਰ ਮਾਰ ਲੈਣਗੇ, ਕਿੱਥੇ ਕਸੂਰ ਤੇ ਜਿੱਤ ਪ੍ਰਾਪਤ ਕਰ ਲੈਣਗੇ। ਜਿਹੜੇ ਕੂਰੇ ਕਾਇਰ ਦਿਲਾਂ ਵਾਲੇ ਸੀ, ਕਹਿੰਦੇ ਨਹੀਂ ਜਿੱਤ ਸਕਦੇ, ਕਸੂਰੇ 24000, ਉਹ 12 ਲੱਖ ਕਿਵੇਂ ਜਿੱਤਣਗੇ ਭਲਾ। ਏਦਾਂ ਜਿਹੜੇ ਘੱਟ ਦਿਲ ਵਾਲੇ ਨੇ ਗੱਲਾਂ ਕਰਦੇ ਨੇ। ਜੋ ਦੇਖੈ ਫੌਜਾਂ ਕੇ ਸੂਰਾ, ਜਿਹੜੇ ਸੂਰਮੇ ਨੇ ਯੋਧੇ ਹਨ, ਮਾਰ ਲਹਾਂਗੇ ਕਹੈ ਜ਼ਰੂਰਾ, ਉਹ ਕਹਿੰਦੇ ਜ਼ਰੂਰ ਮਾਰਾਂਗੇ। ਕਸੂਰ ਪਹੁੰਚਣ ਦੀ ਦੇਰੀ ਆ, ਕਸੂਰ ਤਾਂ ਮਰਿਆ ਸਮਝੋ, ਕਸੂਰ ਤਾਂ ਜਿੱਤਿਆ ਸਮਝੋ। ਕਹਿੰਦੇ ਸਾਨੂੰ ਤਾਂ ਮਹਾਰਾਜ ਜੀ ਦੇ ਨਿਸ਼ਾਨ ਝੂਲਦੀਆਂ ਬੈਰਕਾਂ ਨਜ਼ਰ ਆਉਂਦੀਆਂ ਕਸੂਰ ਦੇ ਕਿਲਿਆਂ ਤੇ। ਹਾਂਜੀ, ਕੱਚੇ ਲੋਕ ਤੋਂ ਕਹੈ ਕੱਚਾਈ, ਜਿਹੜੇ ਕੱਚੇ ਪਿੱਲੇ ਹੁੰਦੇ ਆ ਉਹ ਕੱਚ ਪੇਚੀ ਬੋਲਦੇ ਆ, ਉਹਨਾਂ ਦੀ ਜ਼ੁਬਾਨ ਤੋਂ ਕਹਿੰਦੇ ਮੁਰਦਾ ਬੋਲੇ ਤੇ ਖੱਫੜ ਪਾੜੇ। ਕੱਚਿਆਂ ਨੇ ਤਾਂ ਕੱਚੇ ਪਿੱਲੇ ਹੀ ਬੋਲਣੇ ਹੁੰਦੇ ਆ, ਉਹ ਵਿੱਚ ਕੱਚੇ ਪਿੱਲੇ ਵੀ ਤਾਂ ਹੁੰਦੇ ਆ, ਸਾਰੇ ਹੀ ਹੁੰਦੇ ਆ। ਪੰਥ ਵਿੱਚ ਸਾਰੇ ਤਰ੍ਹਾਂ ਦੀਆਂ ਫੌਜਾਂ ਹੁੰਦੀਆਂ। ਰੰਗਰੂਟ ਜਿਹੜੇ ਨਵੇਂ ਜੇ ਹੁੰਦੇ ਆ, ਉਹ ਕੱਚੇ ਪਿੱਲੇ ਕੱਚੀਆਂ ਗੱਲਾਂ ਕਰਦੇ ਹਨ। ਪੱਕੇ ਕਹੈ ਅਬ ਮਿਟੇ ਸੋ ਨਾਹੀ, ਜਿਹੜੇ ਪੱਕੇ ਨੇ ਕਹਿੰਦਾ ਕੁਝ ਹੋ ਜੇ ਹੁਣ ਮਿਟ ਕੇ ਥੋੜੀ ਜਾਣਾ, ਮਾਰੀ ਜਾਵਾਂਗੇ ਨਾ। ਦੋ ਹੀ ਕੰਮ ਨੇ, ਜਾਂ ਮਰਾਂਗੇ ਜਾਂ ਮਾਰਾਂਗੇ। ਕਹਿੰਦੇ ਤੀਜੀ ਤਾਂ ਗੱਲ ਹੀ ਕੋਈ ਨਹੀਂ। ਕੋਈ ਕਹੈ ਲੜ ਹੈ ਆਏ ਆਗੇ, ਕੋਈ ਕਹਿੰਦਾ ਉਹ ਕਸੂਰ ਵਾਲੇ ਪਠਾਨ ਅੱਗੇ ਆ ਕੇ ਲੜਨਗੇ। ਨਹਿ ਛੋੜੈ ਵੈ ਹਮ ਕੋ ਭਾਗੇ, ਕਹਿੰਦੇ ਆਪਾਂ ਨੂੰ ਭੱਜਣਾ ਪੈਣਾ, ਉਹਨਾਂ ਨੇ ਛੱਡਣਾ ਨਹੀਂ ਆਪਾਂ ਨੂੰ ਜਦੋਂ ਹਮਲਾ ਕਰਨਗੇ। ਕੋਈ ਕਹੈ ਪੰਥ ਭਜ ਨਹਿ ਜਾਊਗ, ਕੋਈ ਕਹਿੰਦਾ ਭੱਜਣਗੇ ਦੁਸ਼ਮਣ, ਪੰਥ ਕਿਉਂ ਭੱਜੇ, ਪੰਥ ਤਾਂ ਗੱਜੇਗਾ। ਪੰਥ ਦਾ ਜਿਹੜਾ ਦੁਸ਼ਮਣ ਆ ਉਹ ਭੱਜੇਗਾ। ਲੰਡੀ ਬੁੱਚੀ ਭੱਜੇ, ਭੱਜਦਿਆਂ ਨੂੰ ਰਾਹ ਨਾ ਲੱਭੇ, ਕੰਧਾਂ 'ਚ ਵੱਜੇ। ਪੜਦੇ ਹੁੰਦੇ ਆ ਨਾ ਨਿਹੰਗ ਸਿੰਘ, ਕਹਿੰਦੇ ਭੱਜਣਗੇ ਕਾਇਰ, ਖਾਲਸਾ ਕਿਉਂ ਭੱਜੇ, ਖਾਲਸਾ ਦਾ ਗੱਜੇਗਾ।
ਪਰ ਸਵਾਰਥ ਹਿਤ ਪ੍ਰਾਣ ਤਜਾਊਗ। ਕਹਿੰਦੇ ਨਾਲੇ ਪਰ ਸਵਾਰਥ ਹੈ, ਇਹ ਬਾਹਮਣ ਦੀ ਪੁਕਾਰ ਸੁਣ ਕੇ ਚੱਲੇ ਆਪਾਂ ਪੰਥ ਮਦਦ ਕਰਨ ਲਈ ਇਹਦੇ ਵਾਸਤੇ। ਇਹ ਪਰ ਸਵਾਰਥ ਲਈ ਜੇ ਪ੍ਰਾਣ ਵੀ ਤਿਆਗੇ ਜਾਣਗੇ ਤਾਂ ਇਹ ਵੀ ਸ਼ਹੀਦਾਂ ਦੀ ਮੌਤ ਹੋਵੇਗੀ। ਦੋਹਰਾ ਮੂਜੀ ਲੋਕ ਤਹ ਇਮਕ ਹੈ, ਕੌਣ ਪੁੱਛਗ ਪੰਥ ਸਲਾਹੇ। ਕਹਿੰਦੇ ਜਿਹੜੇ ਮੂਜੀ ਲੋਕ ਨੇ ਉਹ ਇਦਾਂ ਗੱਲਾਂ ਕਰਦੇ ਆ, ਕਹਿੰਦੇ ਪੰਥ ਦੀ ਸਲਾਹ ਕਿਹਨੇ ਪੁੱਛਣੀ ਐ। ਮਾਰ ਪਊਗ ਜਬ ਵੱਲ ਅੱਗੇ, ਨੱਠ ਚਲੂਗ ਆਪਣੇ ਰਾਹ। ਕਹਿੰਦੇ ਜਦੋਂ ਕਸੂਰੀ ਪਠਾਣਾ ਨੇ ਹਮਲਾ ਕੀਤਾ ਹੈ, ਜਿਹੜੇ ਬੋਲਦੇ ਨੇ ਨਾ ਗੱਲਾਂ ਕਰਦੇ ਆ ਵੀ ਅਸੀਂ ਨਹੀਂ ਭੱਜਦੇ, ਆਉਣਗੇ ਭੱਜੇ ਉੱਥੋਂ। ਉਹ ਕੱਚੇ ਪਿੱਲੇ ਜਿਹੜੇ ਨਾਲ ਨੇ ਨਾ ਉਹ ਇਦਾਂ ਕਹਿੰਦੇ ਇਹਨਾਂ ਨੂੰ ਭੱਜਣਾ ਪਵੇਗਾ ਜ਼ਰੂਰ ਅੱਗੇ ਲੱਗ ਕੇ। ਚੌਪਈ ਭੁਜੰਗੀ ਕਹੈ ਦਈ ਗ੍ਰੰਥ ਆਵਾਜ਼। ਜਿਹੜੇ ਭੁਜੰਗ ਫੌਜਾਂ ਸੀ ਕਰੁੰਡੀਏ ਨਾਗ, ਜਿਨ੍ਹਾਂ ਨੂੰ ਕਲਗੀਧਰ ਕਹਿੰਦੇ ਆ ਕਿ ਬਾਕੀ ਬਿਮਾਨਦਸਤ ਪੇਚੀ ਦਾ ਮਾਰ, ਮੇਰਾ ਕੁੰਡਲੀਆਂ ਨਾਗ, ਮੇਰਾ ਖਾਲਸਾ ਪੰਥ ਹਲੇ ਪਿੱਛੇ ਜਿਉਂਦਾ ਹੈ। ਉਹ ਰੰਗਿਆ ਇਹ ਨਾ ਸਮਝੀ ਕਿ ਗੁਰੂ ਦੇ 4 ਪੁੱਤਰ ਮਾਰ ਕੇ ਮੈਂ ਅੱਗ ਬੁਝਾ ਦਿੱਤੀ ਹੈ। ਮੇਰਾ ਕਰੁੰਡੀਆ ਨਾਗ, ਮੇਰਾ ਖਾਲਸਾ ਭੁਜੰਗੀ ਪਿੱਛੇ ਹਾਲੇ ਜਿਉਂਦਾ ਹੈ। ਸਤਿ ਸ੍ਰੀ ਅਕਾਲ। ਉਹ ਜਿਹੜੇ ਤਿਆਰ ਬਰ ਤਿਆਰ ਭੁਜੰਗੀ ਸੀ ਨਾ, ਉਹ ਕਹਿੰਦੇ ਜਿੱਤਾਂਗੇ ਅਸੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮਨਾਮਾ ਬਖਸ਼ ਦਿੱਤਾ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਕਹਿੰਦੇ ਅਸੀਂ ਜਿੱਤਾਂਗੇ ਜੰਗ ਦੇ ਮੈਦਾਨ ਵਿੱਚ। ਸੋ ਕਰੇਗੋ ਹਮਰੇ ਕਾਜ। ਗੁਰੂ ਗ੍ਰੰਥ ਸਾਹਿਬ ਸਾਡੇ ਕੰਮ ਕਰਨਗੇ, ਜਿਨ੍ਹਾਂ ਹੁਕਮਨਾਮਾ ਦਿੱਤਾ ਉਹੀ ਸਾਡੇ ਕਾਰਜ ਕਰਨਗੇ। ਖਾਲਸਾ ਜੀ ਖਾਲਸਾ ਦੀਵਾਨ ਜਾਏ ਅਗਾਹਾਂ ਲਾਇਆ। ਕਹਿੰਦੇ ਰਾਜੇ ਤਾਲ ਤੋਂ ਅੱਗੇ ਚੱਲ ਕੇ ਫਿਰ ਖਾਲਸੇ ਨੇ ਦੀਵਾਨ ਲਾਇਆ। ਤੁਰਿਓ ਕਸੂਰੋ ਸਿੱਖ ਇੱਕ ਆਇਆ। ਇੰਨੇ ਨੂੰ ਕਸੂਰ ਤੋਂ ਇੱਕ ਸਿੰਘ ਟੁਰਿਆ ਆਉਂਦਾ ਸੀ, ਜਿਹੜਾ ਕਸੂਰ ਦੇ ਇਲਾਕੇ ਦਾ ਰਹਿਣ ਵਾਲਾ ਸੀ। ਉੱਥੋਂ ਇੱਕ ਸਿੱਖ ਟੁਰਿਆ ਆਉਂਦਾ ਵੇਖਿਆ। ਖਾਲਸਾ ਸੋ ਲਿਓ ਬੁਲਾਏ। ਉਹਨੂੰ ਖਾਲਸੇ ਨੇ ਸੱਦ ਲਿਆ। ਪਤਾ ਲੱਗਾ ਵੀ ਇਹ ਕਸੂਰ ਸ਼ਹਿਰ ਤੋਂ ਆਇਆ, ਉੱਥੋਂ ਦਾ ਭੇਤੀ ਹੈ। ਸਿੰਘਾਂ ਨੇ ਉਹਨੂੰ ਸੱਦ ਕੇ ਪੁੱਛਿਆ, ਪੁੱਛੀ ਹਕੀਕਤ ਮਦ ਬਹਾਏ। ਉਹਨੂੰ ਆਪਣੇ ਵਿਚਕਾਰ ਬਿਠਾ ਕੇ ਸਿੰਘਾਂ ਨੇ ਪੁੱਛਿਆ, ਤੂੰ ਹੈ ਸਿੱਖ ਖਾਲਸੋ ਭਾਈ। ਕਹਿੰਦੇ ਬਈ ਤੂੰ ਗੁਰੂ ਕਾ ਸਿੱਖ ਹੈ, ਖਾਲਸੇ ਦਾ ਭਰਾ ਹੈ, ਸਾਡਾ ਭਾਈ ਹੈ। ਦੇਹੋ ਸੱਚ ਬਾਤ ਬਤਾਈ। ਸੱਚੀ ਸੱਚੀ ਗੱਲ ਦੱਸੀ, ਕੋਈ ਕਿਸੇ ਪ੍ਰਕਾਰ ਦਾ ਵਲ ਨਾ ਰੱਖੀ। ਜੋ ਅਸੀਂ ਤੈਨੂੰ ਪੁੱਛਾਂਗੇ ਸੱਚੋ ਸੱਚ ਦੱਸੀ। ਕਸੂਰ ਵਿੱਚ ਕਿਆ ਕਰਤ ਅਵਾਈ। ਇਹ ਦੱਸ ਵੀ ਕਸੂਰ ਦੇ ਵਿੱਚ ਕੀ ਚੱਲਦਾ ਇਸ ਵੇਲੇ। ਕੀ ਉਹਨਾਂ ਨੂੰ ਪਤਾ ਅਸੀਂ ਆ ਰਹੇ ਹਾਂ, ਖਾਲਸਾ ਆ ਰਿਹਾ? ਤੂੰ ਹੁਣੇ ਕਸੂਰ ਚੋਂ ਨਿਕਲ ਕੇ ਆਇਆ ਹੈ। ਕਸੂਰ ਦੇ ਨੇੜੇ ਹੀ ਸਿੰਘਾਂ ਡੇਰਾ ਕੀਤਾ ਹੋਇਆ ਸੀ। ਕਹਿੰਦੇ ਵੀ ਤੂੰ ਕਸੂਰ ਤੋਂ ਆਇਆ ਸਿੱਖਾ, ਉਹਨਾਂ ਨੂੰ ਪਤਾ ਵੀ ਖਾਲਸਾ ਆ ਰਿਹਾ? ਹਾਂਜੀ। ਕਿਆ ਕੁਛ ਕੀਨੀ ਉਨ ਤਕੜਾਈ। ਕੀ ਉਹਨਾਂ ਨੇ ਕੋਈ ਤਕੜਾਈ ਕੀਤੀ ਅੱਗੋਂ ਇਹ ਸੋਚ ਕੇ ਕਿ ਖਾਲਸਾ ਹਮਲਾ ਕਰਕੇ ਆ ਰਿਹਾ ਹੈ? ਕਹਾਂ ਲੜੈਵੇ ਹਮਰੇ ਸਾਥ। ਕੀ ਉਹ ਸਾਡੇ ਨਾਲ ਲੜਨਗੇ ਅੱਗੇ ਆ ਕੇ? ਹੋਗ ਸ਼ਹਿਰ ਮੈਂ ਸਭ ਚੱਲੀ ਬਾਤ। ਕੀ ਉੱਥੇ ਕੋਈ ਗੱਲਬਾਤ ਤਾਂ ਚੱਲੀ ਹੋਣੀ ਹੈ ਕਸੂਰ ਸ਼ਹਿਰ ਵਿੱਚ ਕਿ ਖਾਲਸਾ ਆ ਰਿਹਾ ਹੈ? ਸਭ ਉਨ ਸਿੱਖ ਕਹੀਓ ਬਾਤ। ਉਹ ਸਿੱਖ ਉਸ ਵੇਲੇ ਬੋਲਿਆ, ਉਹਾਂ ਤੁਮਰੀ ਚੱਲੀ ਨਾ ਬਾਤ। ਕਹਿਣ ਲੱਗਾ ਜੀ ਉੱਥੇ ਤਾਂ ਤੁਹਾਡੇ ਬਾਰੇ ਕੁਝ ਪਤਾ ਹੀ ਨਹੀਂ ਵੀ ਖਾਲਸਾ ਆ ਰਿਹਾ ਹੈ, ਉੱਥੇ ਤੁਹਾਡਾ ਕੋਈ ਜ਼ਿਕਰ ਨਹੀਂ ਚੱਲਿਆ। ਖੁੱਲੇ ਦਰਵਾਜੇ ਜੇ ਦਿਨ ਮਹਿ ਰਾਤ। ਉੱਥੇ ਤਾਂ ਰਾਤ ਦਿਨ ਕਿਲਿਆਂ ਦੇ ਦਰਵਾਜ਼ੇ ਖੁੱਲੇ ਰਹਿੰਦੇ ਆ, ਉਹਦਾ ਬੇਫਿਕਰੇ ਹੋ ਕੇ ਪਏ ਨੇ। ਉੱਥੇ ਨਹੀਂ ਜੀ ਤੁਹਾਡੀ ਕੋਈ ਗੱਲ ਚੱਲੀ, ਨਾ ਕੋਈ ਤੁਹਾਡਾ ਜ਼ਿਕਰ ਚੱਲਿਆ। ਝੂਠੀ ਕਹੋ ਨਾ ਪਹਿ ਸਿੱਖ ਭਰਾਤ। ਕਹਿੰਦਾ ਤੁਸੀਂ ਮੇਰੇ ਸਿੱਖ ਭਰਾ ਹੋ, ਮੈਂ ਝੂਠੀ ਨਹੀਂ ਕਹਿੰਦਾ, ਬਿਲਕੁਲ ਸੱਚ ਕਹਿਣਾ। ਉਹਨਾਂ ਨੂੰ ਤੁਹਾਡੇ ਆਮਣ ਬਾਰੇ ਪਤਾ ਹੀ ਨਹੀਂ, ਉਹਨਾਂ ਦੇ ਤਾਂ ਦਰਵਾਜ਼ੇ ਰਾਤ ਦਿਨ ਖੁੱਲੇ ਰਹਿੰਦੇ ਹਨ। ਦੋਹਰਾ ਸ਼ਿਖਰ ਦੁਪਹਿਰੀ ਵੜਸਵੇਂ, ਭੋਹਰੀ ਤਹਾਂ ਪਠਾਨ। ਖਾਲਸਾ ਜੀ ਤੁਹਾਨੂੰ ਇਹਨਾਂ ਦੀ ਕਮਜ਼ੋਰੀ ਦੱਸਦੇ ਆ। ਦੁਪਹਿਰ ਦੇ ਸਮੇਂ ਜਦੋਂ ਸਿਖਰ ਦੁਪਹਿਰਾ ਹੁੰਦਾ ਨਾ, ਤੇ ਇਹਨਾਂ ਨੇ ਆਪਣੀ ਕਿਲਿਆਂ ਦੇ ਵਿੱਚ ਅੰਦਰ ਨਾ ਹਰਮ ਬਣਾਏ ਹੋਏ ਨੇ, ਠੰਡੇ ਭੋਰੇ ਜੇ। ਉਹਨਾਂ ਵਿੱਚ ਜਾ ਕੇ ਰਾਤ ਦਾ ਹਨੇਰਾ ਕਰਕੇ ਸੌ ਜਾਂਦੇ ਆ। ਇਹੋ ਜਿਹੇ ਮਲੇਛ ਨੇ ਵੀ ਦਿਨ ਦੇ ਵੇਲੇ ਵੀ ਹਨੇਰਾ ਬਣਾ ਕੇ ਸਿਖਰ ਦੁਪਹਿਰੇ ਸੋ ਜਾਂਦੇ। ਇਦਾਂ ਜਾਪਦਾ ਵੀ ਜਿਵੇਂ ਰਾਤ ਹੀ ਹੋਵੇ। ਬਾਜ਼ਾਰ ਸੁੰਨੇ ਹੋ ਜਾਂਦੇ ਆ ਦੁਪਹਿਰ ਦੇ ਸਮੇਂ। ਓਏ ਗਮ ਨਹਿ ਕਰੇ ਖੁਦਾਏ ਕੋ, ਸੋ ਨਿਕਸੇ ਸੰਜ ਪਛਾਨ। ਉਹ ਤਾਂ ਰੱਬ ਦਾ ਡਰ ਨਹੀਂ ਮੰਨਦੇ, ਤੁਹਾਡੇ ਆਉਣ ਦੀ ਖਬਰ ਕੀ ਹੋਣੀ ਆ ਉਹਨਾਂ ਨੂੰ? ਉਹ ਤਾਂ ਸ਼ਾਮ ਦੇ ਜਦੋਂ ਠੰਡਾ ਜਿਹਾ ਵੇਲਾ ਹੁੰਦਾ, ਉਦੋਂ ਆਪਣੇ ਕਿਲਿਆਂ ਚੋਂ ਗੜੀਆਂ ਚੋਂ ਬਾਹਰ ਨਿਕਲਦੇ ਨੇ ਤੇ ਰਾਤ ਨੂੰ ਦੇਰ ਰਾਤਾਂ ਤੇ ਬਹਿ ਕੇ ਹੁੱਕੇ ਪੀਂਦੇ ਆ ਤੇ ਮੁਜਰੇ ਵੇਖਦੇ ਨੇ, ਵੇਸ਼ਵਾਵਾਂ ਦੇ ਨਾਚ ਤੱਕਦੇ ਨੇ। ਚੌਪਈ ਰੋਜ਼ਨ ਕੇ ਦਿਨ ਉਨਕੇ ਆਹੀ। ਉਹਨਾਂ ਦੇ ਇਸ ਵੇਲੇ ਰੋਜ਼ਿਆਂ ਦੇ ਦਿਨ ਚੱਲ ਰਹੇ, ਗਰਮੀਆਂ ਦੇ ਦਿਨ ਸੀ ਨਾ,
ਕਹਿੰਦੇ ਉਹਨਾਂ ਦੇ ਰੋਜ਼ਿਆਂ ਦੇ ਦਿਨ ਚੱਲ ਰਹੇ ਨੇ। ਪੀਏ ਨਾ ਪਾਣੀ ਧੂਪ ਨਾ ਖਾਹੀ। ਉਹ ਤਾਂ ਪਾਣੀ ਵੀ ਨਹੀਂ ਪੀਂਦੇ, ਕਿਉਂਕਿ ਜਦੋਂ ਰੋਜ਼ਿਆਂ ਦੇ ਦਿਨਾਂ ਵਿੱਚ ਪਾਣੀ ਨਹੀਂ ਪੀਣਾ ਤੇ ਫਿਰ ਧੁੱਪੇ ਜਾਣਾ ਔਖਾ ਹੁੰਦਾ। ਧੁੱਪੇ ਜਾਣਗੇ ਤੇ ਪਿਆਸ ਲੱਗੇਗੀ, ਫਿਰ ਰੋਜ਼ਾ ਟੁੱਟੇਗਾ। ਇਸ ਕਰਕੇ ਉਹ ਧੁੱਪੇ ਨਹੀਂ ਜਾਂਦੇ, ਪਾਣੀ ਨਹੀਂ ਪੀਂਦੇ ਤੇ ਉਹ ਆਪਣੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਮਹਿਲ ਨੇ ਉਹਨਾਂ ਦੇ ਅੰਦਰ ਹੀ ਲੁੱਕੇ ਰਹਿੰਦੇ ਆ ਛਾਂ ਵਿੱਚ। ਆਉ ਮਨ ਮੈਂ ਵੈ ਰਹਿ ਮਗਰੂਰ। ਔਰ ਬੜੇ ਮਗਰੂਰ ਹੋ ਕੇ ਰਹਿੰਦੇ ਹੰਕਾਰ ਵਿੱਚ। ਕੋ ਟੁਕ ਸਕੈ ਇਤ ਜੁਹੂ ਕਸੂਰ। ਉਹ ਕਹਿੰਦੇ ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਸਾਡੇ ਕਸੂਰ ਤੇ ਹਮਲਾ ਕਰ ਦੇਵੇ। ਸੁਨਤ ਸਿੰਘਨ ਤਬ ਯੋਂ ਕਹਿ ਲਈ। ਸੁਣ ਕੇ ਸਿੰਘ ਉਸ ਵੇਲੇ ਬੋਲੇ, ਗੁਰੂ ਗ੍ਰੰਥ ਅਬ ਵਿਧੀ ਬਣਾਈ। ਕਹਿੰਦੇ ਖਾਲਸਾ ਜੀ ਵੇਖੋ ਬਣ ਗਈ ਨਾ ਵਿਧੀ। ਗੁਰੂ ਗ੍ਰੰਥ ਸਾਹਿਬ ਜੀ ਨੇ ਆਪੇ ਹੀ ਜੁਗਤ ਬਣਾ ਦਿੱਤੀ ਹੈ ਸਾਡੀ, ਉਹਨਾਂ ਆਪੇ ਹੀ ਸਾਡੇ ਰਾਹ ਖੋਲ ਦਿੱਤੇ ਹਨ। ਰਖ ਰੋਜੇ ਵੈ ਨਿਰਬਲ ਭਏ। ਕਿਉਂਕਿ ਰੋਜ਼ੇ ਰੱਖੇ ਨੇ, ਕਮਜ਼ੋਰ ਹੋਏ ਬੈਠੇ ਨੇ। ਉਹ ਰੋਜ਼ਿਆਂ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਸਰੀਰ ਕਮਜ਼ੋਰ ਹਨ। ਮਰਨੇ ਦਿਨ ਉਨ ਆਪੇ ਕਏ। ਉਹਨਾਂ ਨੇ ਮਰਨ ਵਾਲੇ ਦਿਨ ਆਪਣੇ ਆਪ ਹੀ ਬਣਾ ਲਏ ਨੇ, ਆਪ ਹੀ ਉਹਨਾਂ ਨੇ ਮੌਤ ਸਹੇੜੀ ਹੋਈ। ਆਪਾਂ ਤੇ ਜਾ ਕੇ ਬਸ ਤਲਵਾਰਾਂ ਹੀ ਚਲਾਉਣੀਆਂ, ਮਰੇ ਤਾਂ ਉਹ ਪਹਿਲਾਂ ਹੀ ਪਏ ਹਨ। ਸਿਖਰ ਦੁਪਹਿਰੇ ਤਹ ਚੱਲ ਵੜੋ। ਕਹਿੰਦੇ ਸਿਖਰ ਦੁਪਹਿਰੇ ਹਮਲਾ ਕਰੀਏ ਖਾਲਸਾ ਜੀ, ਆਪਾਂ ਰਾਤ ਨੂੰ ਨਹੀਂ ਹੱਲਾ ਬੋਲਣਾ, ਸਿਖਰ ਦੁਪਹਿਰੇ ਚੱਲ ਕੇ ਹਮਲਾ ਕਰੀਏ। ਚੁੱਪ ਕਰ ਤੁਰੋ ਨਾ ਖੜਕੋ ਕਰੋ। ਤੇ ਚੁੱਪ ਚਪੀਤੇ ਚੱਲਿਓ, ਖੜਕਾ ਨਾ ਕਰਿਓ। ਨਿਸ਼ਾਨ ਨਾ ਖੁਲਾਵੇ ਨਾ ਬਜਾਵੇ ਨਗਾਰੇ। ਕਹਿੰਦੇ ਨਾ ਨਗਾਰੇ ਵਜਾਓ ਤੇ ਨਾ ਹੀ ਨਿਸ਼ਾਨ ਚਲਾਓ, ਚੁੱਪ ਚਪੀਤੇ ਚੱਲ ਵੜੋ। ਰਾਹ ਨਾ ਛੇੜਿਓ ਮਤ ਹੋਏ ਪੁਕਾਰੋ। ਕਹਿੰਦੇ ਰਸਤੇ ਵਿੱਚ ਵੀ ਨਹੀਂ ਕਿਸੇ ਨਾਲ ਛੇੜਖਾਨੀ ਕਰਨੀ, ਵੀ ਕਿਤੇ ਜਾ ਕੇ ਉਹ ਪੁਕਾਰ ਕਰ ਦੇਵੇ। ਗੁਰਮਤੋ ਖਾਲਸੈ ਥੋਇਓ ਕਰ ਲਿਓ। ਏਦਾਂ ਖਾਲਸੇ ਨੇ ਗੁਰਮਤਾ ਪਕਾ ਲਿਆ। ਪਠਾਨ ਕੱਟੇ ਬਿਨ ਲੁੱਟਣ ਨਾ ਡਹਿਓ। ਕਹਿੰਦੇ ਪਠਾਨਾਂ ਨੂੰ ਕੱਟੇ ਬਿਨਾ ਨਹੀਂ ਲੁੱਟਣਾ ਸ਼ਹਿਰ, ਪਹਿਲਾਂ ਪਠਾਨ ਵੱਢਣੇ ਆ ਕੱਲੇ ਕੱਲੇ ਨੂੰ। ਕਹਿੰਦੇ ਫੇਰ ਜਾ ਕੇ ਕਸੂਰ ਨੂੰ ਲੁੱਟਣਾ ਹੈ। ਮੋਹਰੇ ਤੁਰੈ ਸੋ ਆਪ ਸਰਦਾਰ। ਜਿਹੜੇ ਸਰਦਾਰ ਸੀ ਹਰੀ ਸਿੰਘ, ਜੱਸਾ ਸਿੰਘ, ਰਾਮਗੜੀਆ, ਚੜਤ ਸਿੰਘ ਵਰਗੇ ਜਰਨੈਲ, ਇਹ ਮੂਹਰੇ ਟੁਰੇ ਜਾਂਦੇ ਆ। ਜਿਮ ਕਰ ਵਪਾਰੀਏ ਅਏ ਵਪਾਰ। ਏਦਾਂ ਬਣਾ ਕੇ ਭੇਸ ਚੱਲਿਆ ਜਿਵੇਂ ਕੋਈ ਵਪਾਰੀ ਨਹੀਂ ਆਏ ਹੁੰਦੇ ਵਪਾਰ ਕਰਨ ਵਾਸਤੇ। ਏਦਾਂ ਵਪਾਰੀਆਂ ਦਾ ਭੇਸ ਬਣਾ ਕੇ ਸਿੰਘ ਗਏ ਹਨ। ਦੋਹਰਾ ਇੱਕ ਇੱਕ ਦੋਏ ਦੋਏ ਹੋਏ ਖੜੇ, ਕਈ ਅਗਾੜੇ ਚਾਹੇ। ਕਹਿੰਦੇ ਦੋ ਚਾਰ ਅੱਗੇ ਲੰਘੇ, ਦੋ ਚਾਰ ਪਿੱਛੇ ਆਉਂਦੇ ਆ, ਦੋ ਚਾਰ ਸੱਜੇ ਖੱਬਿਓਂ। ਏਦਾਂ ਇਕੱਠੇ ਨਹੀਂ ਪਏ ਆਉਂਦੇ ਸਿੰਘ, ਥੋੜੇ ਥੋੜੇ ਕਰਕੇ ਸਿੰਘ ਜਾ ਰਹੇ ਹਨ। ਕਈ ਉਤਰੈ ਕਈ ਹਟ ਬਹੈ, ਸੌਦੇ ਉਨਹਿ ਪਛਾਹੇ। ਕਈ ਸਿੰਘ ਕਸੂਰ ਦੇ ਵਿੱਚ ਜਾ ਵੜੇ ਤੇ ਪੰਜ ਪੰਜ ਚਾਰ ਚਾਰ ਕਰਕੇ ਗਏ ਨੇ। ਦੁਕਾਨਾਂ ਤੇ ਪਹੁੰਚਦੇ ਉਹਨਾਂ ਨੂੰ ਸੌਦਾ ਪੁੱਛਦੇ ਆ, ਬਈ ਆਹ ਕੀ ਚੀਜ਼ ਕਿੰਨੇ ਦੀ ਵੇਚਣੀ ਹੈ। ਉੱਥੇ ਸੌਦਾ ਪੁੱਛਦੇ, ਨਾਲੇ ਆਲੇ ਦੁਆਲੇ ਜੋ ਕੇ ਵੇਖਦੇ ਆ, ਕਿੱਥੇ ਕਿਹੜਾ ਕਿਲਾ, ਕਿੱਥੇ ਕੀ ਹੋ ਰਿਹਾ, ਕਿੱਥੇ ਕਿਹੜੀ ਫੌਜ ਖੜੀ ਹੈ। ਬਾਕੀਆਂ ਨੂੰ ਸੁਨੇਹਾ ਭੇਜਣਾ ਜਿਹੜੀਆਂ ਫੌਜਾਂ ਬਾਹਰ ਸਨ। ਕਹਿੰਦੇ ਏਦਾਂ ਪੂਰੀ ਵਿਉਂਤਬੰਦੀ ਖਾਲਸੇ ਨੇ ਬਣਾਈ ਆ ਤੇ ਸੌਦੇ ਪੁੱਛਦੇ ਨੇ ਉੱਥੇ ਖਲੋਤੇ। ਚੌਪਈ ਇੱਕ ਗੜੀ ਵੱਲ ਪਹਿਲੇ ਖੜੇ। ਕਹਿੰਦੇ ਇੱਕ ਗੜੀ ਵਾਲੇ ਪਾਸੇ ਸਿੰਘ ਕੁਝ ਪਹਿਲਾਂ ਖੜੇ। ਦੋਏ ਗੜੀ ਆਏ ਪਿਛਲੇ ਵੜੇ। ਕਹਿੰਦੇ ਦੋ ਗੜੀ ਚ ਪਿੱਛੇ ਹੋਰ ਆ ਵੜੇ। ਇਮਕਰ ਗੜੀ ਕਈ ਮੱਲ ਲਈ। ਕਹਿੰਦੇ ਚਾਰ ਸਿੰਘਾਂ ਨੇ ਇੱਕ ਕਿਲਾ ਫਤਿਹ ਕਰ ਲਿਆ। ਉਹਨਾਂ ਨੂੰ ਜਾ ਕੇ ਅੰਦਰ ਝੜਕ ਕੇ ਪਠਾਨ ਨਾਲ ਹੀ ਮੂਧੇ ਪਾ ਕੇ ਸੁੱਟ ਦਿੱਤੇ। ਤਉ ਪਛਾਣ ਤੁਰਕਨ ਨੇ ਕਈ। ਕਹਿੰਦੇ ਜਦੋਂ ਦੋ ਤਿੰਨ ਗੜੀਆਂ ਸਿੰਘਾਂ ਨੇ ਕਬਜ਼ੇ ਜਿਹੇ ਚ ਕਰ ਲਈਆਂ ਨਾ, ਥੋੜੇ ਸਿੰਘਾਂ ਨੇ, ਫਿਰ ਪਠਾਨਾਂ ਨੂੰ ਪਛਾਣ ਆਈ ਵੀ ਇਹ ਤਾਂ ਸਿੰਘ ਨੇ, ਇਹਦਾ ਸਾਡੇ ਤੇ ਹੱਲਾ ਬੋਲਣ ਆਏ ਹਨ। ਤਉ ਕਿਵਾੜ ਵਹਿ ਭੇੜਨ ਡਹੇ। ਫਿਰ ਉਹ ਦਰਵਾਜ਼ੇ ਬੰਦ ਕਰਨ ਲੱਗੇ। ਸਿੰਘਨ ਮਾਰਤੇ ਊ ਦਬ ਦਏ। ਜਦੋਂ ਬੰਦ ਕਰਨ ਲੱਗੇ ਦਰਵਾਜ਼ੇ, ਫਿਰ ਮਾਰ ਮਾਰ ਤਲਵਾਰਾਂ ਸਿੰਘਾਂ ਨੇ ਡੱਕਰੇ ਕੀਤੇ ਨਾ ਪਠਾਨਾਂ ਦੇ। ਪਰੀ ਸ਼ਹਿਰ ਮੈਂ ਬੜੀ ਹਕਾਹੇ। ਸਾਰੇ ਸ਼ਹਿਰ ਵਿੱਚ ਹਾਹਾਕਾਰ ਇੱਕਦਮ ਮਚ ਗਈ। ਤਉ ਲੋ ਪਹੁੰਚਿਓ ਸਭ ਦਲ ਆਏ। ਇਹਨੇ ਨੂੰ ਬਾਕੀ ਫੌਜਾਂ ਵੀ ਖਾਲਸੇ ਦੀਆਂ ਪਿੱਛੇ ਆ ਪਹੁੰਚੀਆਂ। ਤੁਰਕਨ ਉੱਪਰ ਉਠੀ ਸ਼ਮਸ਼ੇਰ। ਫਿਰ ਖਾਲਸੇ ਦੀ ਤੇਗ ਚੱਲੇ ਤੇ ਕੌਣ ਚੱਲੇ। ਕਿਤਕ ਬੰਦੂਖਨ ਸਿਉ ਦੇ ਗੇਰ। ਕਈਆਂ ਨੂੰ ਬੰਦੂਕਾਂ ਦੀਆਂ ਗੋਲੀਆਂ ਨਾਲ ਧੜਮ ਦੇ ਕੇ ਜ਼ਮੀਨ ਤੇ ਸੁੱਟਿਆ। ਜਿਮ ਜਿਮ ਬੰਦੂਖਨ ਖੜਕੋ ਹੋਏ। ਜਿਵੇਂ ਜਿਵੇਂ ਬੰਦੂਕਾਂ ਦਾ ਖੜਾਕ ਹੁੰਦਾ ਹੈ, ਉਠੇ ਭੋਰਨ ਤੇ ਸੁੱਤੇ ਜੋਏ। ਉਹ ਜਿਹੜੇ ਅੰਦਰ ਪਠਾਨ ਵੱਡੇ ਭੌਰਿਆਂ 'ਚ ਸੁੱਤੇ ਪਏ ਸੀ ਨਾ ਅੰਦਰ ਦੁਪਹਿਰਾ ਕੱਟਣ ਵੇਲੇ, ਉਹ ਸੁਣ ਸੁਣ ਕੇ ਆਵਾਜ਼ ਬਾਹਰ ਆਉਂਦੇ ਆ। ਕਿਸ ਪੈ ਸ਼ਸਤਰ ਕਿਸ ਪੈ ਨਾਹੇ। ਕਿਸੇ ਕੋਲ ਐਸੀ ਸ਼ਸਤਰ, ਕਿਸੇ ਕੋਲ ਨਹੀਂ ਵੀ ਸੀ। ਬਿਨ ਸ਼ਸਤਰਨ ਕਈ ਉਠੇ ਉਗਾਹੇ। ਕਹਿੰਦੇ ਕਈ ਇੱਕਦਮ ਉਗਾ ਕੇ, ਜਿਵੇਂ ਨੀਂਦਰ ਵਿੱਚ ਉੱਠਦਾ ਉਬੜਵਾ,
ਉਹ ਆਉਂਦੇ ਤੇ ਬਾਹਰ ਆ ਕੇ ਮਾਰੇ ਜਾਂਦੇ। ਕਿਸ ਪੈ ਛੁਰੀ ਕਿਸ ਪੈ ਕਟਾਰੀ, ਕਿਸੇ ਕੋਲ ਛੁਰੀ ਆ ਕਿਸੇ ਕੋਲ ਕਟਾਰੀ ਹੈ। ਦੂਰ ਗੋਲੀ ਸਿਓ ਸਿੰਘ ਦੇ ਮਾਰੀ, ਦੂਰੋਂ ਹੀ ਗੋਲੀ ਮਾਰ ਕੇ ਸਿੰਘ ਸੁੱਟ ਦਿੰਦੇ ਐ। ਦੋਹਰਾ ਜਿਨ ਪੈ ਸ਼ਸਤਰ ਨਹਿ ਤੇ ਮੁੜ ਭੋਰੇ ਪਾਹੇ, ਜਿਨ੍ਹਾਂ ਕੋਲ ਸ਼ਸਤਰ ਨਹੀਂ ਸੋ ਭੱਜ ਕੇ ਫਿਰ ਆਪਣੇ ਭੋਰਿਆਂ 'ਚ ਵੜ ਗਏ। ਜਿਨ ਕੈ ਤੀਰ ਬੰਦੂਕ ਥੀ ਤੇ ਆਏ ਜੁੱਧ ਮਚਾਏ, ਜਿਨ੍ਹਾਂ ਕੋਲ ਤੀਰ ਬੰਦੂਕਾਂ ਸਨ ਉਹ ਆ ਕੇ ਲੜਨ ਲੱਗੇ। ਜਾਓ ਪਈ ਬੰਦੂਖਣ ਕੇ ਸਿੰਘ ਵੱਡੇ ਖਿਡਾਰੀ, ਹੁਣ ਬੰਦੂਕਾਂ ਸਿੰਘਾਂ ਵਰਗੀਆਂ ਕੌਣ ਚਲਾ ਸਕਦਾ ਸੀ? ਬੰਦੂਕ ਚਲਾਉਣ 'ਚ ਸਿੰਘ ਵੱਡੇ ਖਿਡਾਰੀ ਹਨ। ਤੀਰ ਅੰਦਾਜ਼ ਕੋ ਵਹਿਲੇ ਮਾਰੀ, ਵੱਡੇ ਵੱਡੇ ਤੀਰ ਅੰਦਾਜ਼ਾਂ ਨੂੰ ਪਹਿਲਾਂ ਹੀ ਗੋਲੀ ਨਾਲ ਭੁੰਨ ਦਿੰਦੇ ਐ। ਪਠਾਨ ਬੰਦੂਕ ਕਰਤ ਸ਼ਿਸ਼ਤੋ ਰਹੈ, ਪਠਾਨ ਸ਼ਿਸ਼ਤ ਬੰਨਦੇ ਹੀ ਰਹਿ ਜਾਂਦੇ ਆ ਗੋਲੀ ਬੰਦੂਕ ਚਲਾਉਣ ਵੇਲੇ। ਦੋਹੀ ਸਿੰਘ ਉਸ ਮਾਰ ਗਿਰ ਹੈ, ਉਹ ਹਲੇ ਨਿਸ਼ਾਨਾ ਹੀ ਲਾਉਂਦਾ ਹੁੰਦਾ, ਉਹ ਨਿਸ਼ਾਨੇ ਲਾਉਂਦੇ ਨੂੰ ਸਿੰਘ ਭੁੰਨ ਦਿੰਦੇ ਨੇ ਗੋਲੀ ਨਾਲ। ਜੋ ਪਠਾਨ ਫੜ ਆਏ ਤਲਵਾਰ, ਜਿਹੜਾ ਕੋਈ ਪਠਾਨ ਤਲਵਾਰ ਫੜ ਕੇ ਆਉਂਦਾ ਲੈ ਨੇਜਨ ਸਿਓ ਉਸ ਕੋ ਮਾਰ, ਨੇਜੇ 'ਚ ਪਰੋ ਕੇ ਜ਼ਮੀਨ 'ਚ ਏਦਾਂ ਸੁੱਟਦੇ ਆ ਜਿਵੇਂ ਕੋਈ ਮਾਲਣ ਫੁੱਲ ਨੂੰ ਪਰੋਂਦੀ ਹੈ। ਇੱਕ ਥਾਂ ਮਾਰ ਸਿੰਘ ਦੂਏ ਥਾਂ ਅੜੈ, ਇੱਕ ਥਾਂ ਤੇ ਮਾਰ ਕੇ ਦੂਜੇ ਥਾਂ ਜਾ ਅੜਦੇ ਨੇ। ਦੋਏ ਛੁਡਾਏ ਤੀਏ ਥਾਂ ਵੜੈ, ਦੂਜੇ ਥਾਂ ਨੂੰ ਛੜਾ ਕੇ ਤੀਜੇ ਤੇ ਹੱਲਾ ਬੋਲ ਦਿੰਦੇ ਐ। ਤਬ ਹਟ ਸਿੰਘਨ ਫੜੀ ਫਿਰ ਤਲਵਾਰ, ਸਿੰਘਾਂ ਤਲਵਾਰਾਂ ਫੜ ਲਈਆਂ। ਕਰੀ ਕਤਲ ਉਹਾਂ ਪਠਾਨ ਬਸ ਵਿਚਾਰ, ਜਿੰਨੇ ਪਠਾਨ ਆਏ ਮਾਰ ਕੇ ਕਤਲ ਕਰ ਦਿੱਤੇ। ਕਿਛ ਨੱਠੇ ਕਿਛ ਲਏ ਸੋ ਕੁਝ ਮਾਰੇ, ਨੱਠ ਗਏ ਕੁਝ ਮਾਰੇ ਗਏ। ਇਮ ਸਤਿਗੁਰ ਕਮ ਸਿੰਘਨ ਸੁਆਏ, ਏਦਾਂ ਸਤਿਗੁਰਾਂ ਨੇ ਸੁਤੇ ਸਿੱਧੀ ਖਾਲਸੇ ਦੇ ਕੰਮ ਸਵਾਰ ਦਿੱਤੇ। ਦੋਹਰਾ ਪਠਾਨ ਮਾਰ ਜਬ ਸਭ ਲਏ, ਕਈ ਖਾਲਸਾ ਛੂਟ, ਜਦੋਂ ਪਠਾਨ ਸਾਰੇ ਮਾਰ ਲਏ ਫਿਰ ਖਾਲਸੇ ਨੇ ਛੂਟ ਦੇ ਦਿੱਤੀ। ਪਰੇ ਚ ਤਰਫੋ ਸਿੰਘ ਕੁਦ ਲਗੇ ਕਰਨ ਤਬ ਲੂਟ, ਫਿਰ ਹੁਣ ਕਸੂਰ ਤੇ ਲੁੱਟ ਕਰਨ ਲੱਗੇ। ਖਾਲਸੇ ਨੇ ਹੱਲਾ ਬੋਲ ਕੇ ਕਸੂਰ ਨੂੰ ਲੁੱਟਣਾ ਸ਼ੁਰੂ ਕੀਤਾ। ਚੌਪਈ ਸਰਦਾਰਨ ਲੁੱਟੇ ਮਹੱਲੇ ਘੇਰ, ਜਿਹੜੇ ਮਹੱਲੇ ਸੀ ਕਸੂਰ ਸ਼ਹਿਰ ਦੇ ਉਹ ਸਰਦਾਰਾਂ ਨੇ ਘੇਰੇ, ਵਿੱਚ ਹਵੇਲੀ ਕਰ ਲਈ ਜ਼ੇਰ, ਔਰ ਜਿੰਨੀਆਂ ਹਵੇਲੀਆਂ ਸਨ ਵੱਡੀਆਂ ਵੱਡੀਆਂ ਆਪਣੇ ਅਧੀਨ ਕਰ ਲਈਆਂ। ਆਪ ਸਿੰਘਨ ਲਈ ਹੱਟ ਵੱਡ ਮੱਲ, ਔਰ ਆਪ ਵੱਡੇ ਵੱਡੇ ਹੱਟ ਮੱਲ ਲਏ ਸਿੰਘਾਂ ਨੇ। ਜਿਨ ਮੈਂ ਦੇਖੀ ਦੌਲਤ ਭੱਲ, ਕਹਿੰਦੇ ਜਿਨ੍ਹਾਂ 'ਚ ਚੰਗੀ ਦੌਲਤ ਸੀ ਉਹ ਦੁਕਾਨਾਂ ਵੀ ਕਬਜ਼ੇ 'ਚ ਕਰ ਲਈਆਂ। ਤੁਮਨਦਾਰਨ ਮੱਲ ਲਏ ਬਾਜ਼ਾਰ, ਜਿਹੜੇ ਜਥੇਦਾਰ ਸੀ ਉਹਨਾਂ ਨੇ ਬਾਜ਼ਾਰ ਮੱਲ ਲਏ। ਭਰੇ ਪਕੁੰਨੇ ਘਰ ਬਿਸ਼ੁਮਾਰ, ਔਰ ਕਹਿੰਦੇ ਭਰੇ ਹਨ ਘਰ ਉਹ ਬੇਸ਼ੁਮਾਰ। ਚੂਹੜੇ ਚੁਮਾਰ ਜੇਰਲ ਆਏ ਜੱਟ, ਕਹਿੰਦੇ ਜਿੰਨੇ ਵੀ ਕਈ ਜਾਤੀਆਂ ਦੇ ਆਏ ਸਨ ਰਲ ਕੇ ਲੈ ਗਏ ਵੈ ਪੁਰਸਾਰਨ ਖੱਟ, ਕਹਿੰਦੇ ਆਪਣੀਆਂ ਕਈ ਪੁਸ਼ਤਾਂ ਵਾਸਤੇ ਧਨ ਇਕੱਠਾ ਕਰਕੇ ਲੈ ਗਏ। ਅਕੈ ਸੋਇਨੋ ਅਕੈ ਚਾਂਦੀ ਚੱਕੈ, ਕਹਿੰਦੇ ਸੋਨਾ ਜਾਂ ਚਾਂਦੀ ਚੁੱਕਦੇ ਨੇ। ਮੋਤੀ ਚੂਨੀ ਡਾਰੈ ਕਚ ਸਕੈ, ਜਿਹੜਾ ਮੋਤੀ ਆਦਿਕ ਹੁੰਦੇ ਆ ਉਹਨੂੰ ਚੁੱਕ ਕੇ ਸੁੱਟ ਦਿੰਦੇ। ਕਹਿੰਦੇ ਇਹ ਕਿਹੜੇ ਕੰਮ ਆਉਣੇ ਆ। ਕਾਂਸੀ ਸੋਨਾ ਤੇ ਚਾਂਦੀ ਕਾਬੂ ਕਰਦੇ ਹਨ। ਕਾਂਸੀ ਪਿੱਤਲ ਕੋਈ ਨਾ ਲੇਹੇ, ਕਹਿੰਦੇ ਕਹਿ ਤੇ ਪਿੱਤਲ ਆਦਿਕ ਨੂੰ ਕੋਈ ਨਹੀਂ ਲੈਂਦਾ। ਕੱਢ ਕੱਢ ਸਿੱਟੈ ਫਿਰ ਸ਼ਹਿਰ ਹੀ ਲੇਹੇ, ਕਹਿੰਦੇ ਕੱਢ ਕੱਢ ਕੇ ਸੁੱਟੀ ਜਾਂਦੇ ਹਨ। ਲਏ ਤਬੇਲੇ ਸਰਦਾਰਨ ਘੇਰ, ਵੱਡੇ ਵੱਡੇ ਕਸੂਰ ਦੇ ਘੋੜਿਆਂ ਦੇ ਤਬੇਲੇ ਸਰਦਾਰਾਂ ਘੇਰ ਲਏ। ਭੈਂਸਾ ਬੈਲ ਜੱਟ ਲੈ ਗਏ ਚੁਫੇਰ, ਕਹਿੰਦੇ ਚੰਗੀਆਂ ਚੰਗੀਆਂ ਮੱਝਾਂ ਚੰਗੇ ਚੰਗੇ ਘੋੜੇ ਚੰਗੀਆਂ ਚੰਗੀਆਂ ਗਾਵਾਂ ਊਂਠ ਉਹ ਖਾਲਸੇ ਨੇ ਕਾਬੂ ਕਰ ਲਏ। ਜਿਸ ਕੈ ਹਾਥ ਔਰ ਕੰਮ ਪਿਆ, ਕਹਿੰਦੇ ਜਿਹਦੇ ਹੱਥ 'ਚ ਜਿਹੜੀ ਕੰਮ ਦੀ ਵਸਤੂ ਆਈ, ਪਕੜ ਘੋੜਾ ਕੱਪੜਾ ਲੱਦ ਲਿਆ, ਕਈਆਂ ਨੂੰ ਕੱਪੜੇ ਲੱਭ ਗਏ। ਕੱਪੜਿਆਂ ਦੀਆਂ ਪੰਡਾਂ ਸਿੰਘਾਂ ਨੇ ਘੋੜਿਆਂ ਦੇ ਉੱਤੇ ਲੱਦ ਲਈਆਂ। ਕਹਿੰਦੇ ਖਾਲਸਾ ਜੀ ਵੇਖੋ ਕਿੰਨਾ ਰਾਜ ਸਾਜ ਸਤਿਗੁਰਾਂ ਭੇਜ ਦਿੱਤਾ। ਏਦਾਂ ਕਸੂਰ ਉੱਤੇ ਜਿਵੇਂ ਸਿੰਘ ਹਮਲਾ ਕਰਕੇ ਕਸੂਰ ਤੇ ਫਤਿਹ ਪ੍ਰਾਪਤ ਕਰ ਰਹੇ ਨੇ, ਦਿਲੇ ਰਾਮ ਦੀ ਹਵੇਲੀ ਤੇ ਫਤਿਹ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਗੈ ਸਦਾ ਬਬੇਕ ਹੈ
ਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਤੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਗੁਰ ਆਪਣੇ ਬਲਿਹਾਰੀ ਗੁਰ ਆਪਣੇ ਗਿਆਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨ ਲਾਗੀ ਵਾਰ हे प्राणनाथ गोविंद कृपा निधान जगत गुरु हे संसार ताप हरण करुणा में सब दुख हरो हे शरण जोग